ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਜਸਮੀਤ ਤੇ ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਸਪੋਟਲਾਈਟ ਦੇ ਵਿੱਚ ਨਿੱਘਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਹਰ ਹਫਤੇ ਕਿਸੇ ਨਾ ਕਿਸੇ ਕਲਾਕਾਰ ਦੇ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਇੱਕ ਸੋਹਣੀ ਸੁਨੱਖੀ ਜੱਟੀ ਪੰਜਾਬੀ ਫੋਕ ਗਾਇਕਾ ਤੇ ਇੱਕ ਅਦਾਕਾਰ, ਕਿਉਂਕਿ ਅੱਜ ਕੱਲ੍ਹ ਅਸੀਂ ਉਹਨਾਂ ਨੂੰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਦੇਖ ਰਹੇ ਹਾਂ। ਸੋ ਮੈਂ ਬਹੁਤਾ ਟਾਈਮ ਨਹੀਂ ਲਵਾਂਗੀ, ਤੁਹਾਡੀ ਮੁਲਾਕਾਤ ਕਰਾਵਾਂਗੀ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਰਾਖੀ ਹੁੰਦਲ। ਸੋ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਰਾਖੀ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਔਰ ਜਸ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ। ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਬਿਲਕੁਲ। ਔਰ ਜਿੱਦਾਂ ਆਪਾਂ ਗੱਲ ਕੀਤੀ ਪੰਜਾਬੀ ਫੋਕ ਗਾਇਕਾ ਤੇ ਕਿਸੇ ਫੋਕ ਗੀਤ ਤੋਂ ਸ਼ੁਰੂਆਤ ਹੋ ਜਾਵੇ। ਜੀ ਜੀ, ਫੋਕ ਮੇਰੇ ਰਗ ਰਗ 'ਚ ਵਸਿਆ ਹੋਇਆ, ਜਦੋਂ ਤੋਂ ਹੋਸ਼ ਸੰਭਾਲੀ ਹੈ ਬਸ ਫੋਕ ਹੀ ਫੋਕ ਹੈ। ਸੋ ਰੀਅਲ ਫੋਕ ਤੋਂ ਸ਼ੁਰੂ ਕਰਦੇ ਹਾਂ ਜੀ। ਹੋ ਕੰਗੀ ਬਾਵਾਂ ਤੇ ਦੁੱਖਣ ਮੇਰੇ ਵਾਲ ਨੀ ਮਾਏ, ਹੋ ਕੰਗੀ ਬਾਵਾਂ ਤੇ ਦੁੱਖਣ ਮੇਰੇ ਵਾਲ ਨੀ ਮਾਏ, ਮੈਂ ਤੇ ਹੋ ਗਈਆਂ ਹਾਲੋਂ ਬੇਹਾਲ ਨੀ ਮਾਏ, ਹੋ ਮੈਂ ਤੇ ਹੋ ਗਈਆਂ ਹਾਲੋਂ ਬੇਹਾਲ ਨੀ ਮਾਏ, ਹੋ ਕੰਗੀ ਬਾਵਾਂ ਤੇ ਦੁੱਖਣ ਮੇਰੇ ਵਾਲ ਨੀ ਮਾਏ, ਹੋ ਕੰਗੀ ਬਾਵਾਂ ਤੇ ਦੁੱਖਣ ਮੇਰੇ ਵਾਲ ਨੀ ਮਾਏ। ਵਾਹ ਜੀ ਵਾਹ, ਤੁਸੀਂ ਤਾਂ ਮਤਲਬ ਮੇਰੇ ਦਿਲ ਦੀ ਗੱਲ ਪੜ੍ਹ ਲਈ। ਮੈਨੂੰ ਸੀਰੀਅਸਲੀ ਇਹ ਤੁਹਾਡਾ ਗੀਤ ਬਹੁਤ ਪਸੰਦ ਆ ਜੀ, ਮੈਨੂੰ ਵੀ ਖੁਦ ਨੂੰ ਬੜਾ ਹੀ ਗੀਤ ਪਸੰਦ ਹੈ, ਕਿਉਂਕਿ ਜਦੋਂ ਤੁਹਾਨੂੰ ਇੱਕ ਸੰਗੀਤ ਦਾ ਮਤਲਬ ਹੈ ਕਿ ਇੱਕ ਸਕੂਨ ਹੈ ਨਾ ਤੇ ਸ਼ਾਂਤੀ, ਜਦੋਂ ਤੁਸੀਂ ਆਪਣੇ ਲਈ ਗਾਉਣਾ ਜਾਂ ਸਕੂਨ ਲਈ ਗਾਉਣਾ ਨਾ, ਤੇ ਮੈਨੂੰ ਲੱਗਦਾ ਇਦਾਂ ਦੇ ਗੀਤ ਵਧੀਆ ਰਹਿੰਦੇ। ਵਾਕਈ। ਔਰ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਵੀ ਬਹੁਤ ਪਸੰਦ ਗਿਆ। ਈਵਨ ਕਿ ਕੱਲ ਮੈਂ ਇੱਕ ਗੀਤ ਸੁਣ ਰਹੀ ਸੀ, ਮੈਂ ਇੱਕ ਗਾਣਾ ਸੁਣਿਆ ਬਹੁਤ ਸੀ ਪਰ ਮੈਨੂੰ ਵਾਕਿਆ 'ਚ ਨਹੀਂ ਪਤਾ ਸੀ। ਮੈਂ ਕਿਹਾ ਯਾਰ, ਮੈਂ ਕਿਉਂਕਿ ਕਦੇ ਧਿਆਨ ਨਾਲ ਵੀਡੀਓ ਨਹੀਂ ਦੇਖੀ, ਕਿਉਂਕਿ ਆਪਾਂ ਹੈਡਫੋਨ ਲਾ ਕੇ ਸੁਣ ਲੈਂਦੇ, ਨਾਲ ਦੀ ਨਾਲ ਕੰਮ ਕਰਦੇ ਰਹਿੰਦੇ ਆ। ਔਰ ਫਿਰ ਜਦੋਂ ਕੱਲ ਦੇਖੇ ਇੰਟਰਵਿਊ ਵਾਸਤੇ ਕਹਿੰਦੇ ਉਹਨਾਂ ਨੇ ਆਉਣਾ, ਠੀਕ ਆ। ਮੈਂ ਕਿਹਾ ਗਾਣਾ ਮੈਂ ਬਹੁਤ ਸੁਣਿਆ ਬਟ ਵਾਕਿਆ 'ਚ ਕੱਲ ਤੁਹਾਨੂੰ ਹਨਾ ਮਿਲਣਾ ਹੀ ਆ ਤਾਂ ਚੰਗਾ ਲੱਗਦਾ। ਔਰ ਈਵਨ ਆਪਾਂ ਗੱਲਾਂ ਬਾਤਾਂ ਕੀਤੀਆਂ, ਬਹੁਤ ਚੰਗਾ ਲੱਗਿਆ ਹਨਾ। ਸੋ ਜੇ ਇੱਕ ਮੈਂ ਹੋਰ ਵੀ ਗੱਲ ਪੁੱਛਣੀ ਚਾਹਾਂਗੀ, ਕਿੰਨੇ ਕੁ ਮੁੰਡੇ ਫੈਂਟ ਤੇ? ਮੁੰਡੇ ਬਹੁਤ ਫੈਂਟੇ ਨਹੀਂ, ਡਰਾਈ ਬਹੁਤ ਹੈ। ਮੈਂ ਜ਼ਿਆਦਾ ਤੇ ਫੈਂਟਿਆ ਦੇ ਇੱਕ ਹੀ ਸੀਗਾ, ਡਰਾਈ ਬਹੁਤ ਜ਼ਿਆਦਾ ਸੀ। ਕਿਉਂਕਿ ਜਦੋਂ ਲੱਗਦਾ ਸੀ ਕਿ ਕਿਉਂਕਿ ਤੁਹਾਨੂੰ ਆਪਣੇ ਆਪ 'ਚ, ਮੈਂ ਕਹਿੰਦੀ ਹਰ ਕੁੜੀ ਨੂੰ ਆਪਣੇ ਏਦਾਂ ਹੋਣਾ ਚਾਹੀਦਾ, ਨਿਡਰ ਹੋਣਾ ਚਾਹੀਦਾ, ਡਰਨਾ ਨਹੀਂ। ਜਦੋਂ ਘਰ ਤੋਂ ਬਾਹਰ ਜਾਂਦੇ ਆ ਨਾ ਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਹਰ ਇੱਕ ਇਨਸਾਨ ਦੇ ਅੰਦਰ ਬਹੁਤ ਤਾਕਤ ਹੁੰਦੀ ਹੈ, ਇੱਕ ਖੂਬੀ ਹੁੰਦੀ ਹੈ, ਬਸ਼ਰਤੇ ਉਹਨੂੰ ਬਾਹਰ ਲਿਆਉਣ ਦੀ ਲੋੜ ਹੁੰਦੀ ਹੈ। ਸੋ ਬਿਨਾਂ ਡਰੇ ਆਪਣੇ ਆਪ ਲਈ ਮੁਕਾਬਲਾ ਕਰਨਾ ਚਾਹੀਦਾ। ਸੋ ਮੈਂ ਵੀ ਕਰਦੀ ਰਹੀ ਹਾਂ। ਕਦੋਂ ਫੈਂਟਿਆ ਸੀਗਾ ਫਿਰ, ਯਾਦ? ਇੱਕ ਵਾਰੀ ਮੈਨੂੰ ਯਾਦ ਹੈ, ਜਦੋਂ ਮੈਂ ਨਾ ਪਹਿਲਾਂ ਖੈਰ ਗੱਡੀਆਂ ਤੇ ਗੱਡੀਆਂ ਕਾਰਾਂ ਤੇ ਹੁਣ ਜਾਂਦੇ ਨੇ, ਜਦੋਂ ਮੈਂ ਸਰਸੇ ਹਰਿਆਣਾ ਤੋਂ ਬਿਲੋਂਗ ਕਰਦੀ ਹਾਂ ਤੇ ਉਦੋਂ ਨਾ ਜਦੋਂ ਮੈਂ ਚੰਡੀਗੜ੍ਹ ਸ਼ੋਜ਼ ਲਈ ਆਉਂਦੀ ਹੁੰਦੀ ਸੀ, ਇੱਥੇ 22 ਸੈਕਟਰ ਮੇਰੀ ਸਿਸਟਰ ਸੀ, ਉਹਨਾਂ ਕੋਲ ਮੈਂ ਰਹਿੰਦੀ ਸੀ ਔਰ ਇੱਥੇ ਸ਼ੋਅ ਕਰਦੇ ਸੀ। ਤੇ ਜਦੋਂ ਉੱਥੋਂ ਬ੍ਰਦਰ ਹੋਣਾ ਨੇ ਸਰਸੇ ਤੋਂ ਬੱਸ ਬਿਠਾਉਣਾ ਤੇ ਵਾਇਆ ਮਾਨਸਾ, ਸੁਨਾਮ ਹਨਾ, ਪਟਿਆਲਾ, ਚੰਡੀਗੜ੍ਹ ਪਹੁੰਚਣਾ, ਤੇ ਉਦੋਂ ਰਸਤੇ ਦੇ ਵਿੱਚ ਜਦੋਂ ਬੱਸ 'ਚ ਆਉਂਦੇ ਸੀ, ਕਦੀ ਸੀਟ ਮਿਲਦੀ ਸੀ, ਕਦੀ ਨਹੀਂ ਵੀ ਮਿਲਦੀ ਸੀ। ਔਰ ਜੇ ਮਿਲ ਜਾਂਦੀ ਸੀ, ਜ਼ਰੂਰੀ ਨਹੀਂ ਤੁਹਾਨੂੰ ਨਾਲ ਵਾਲੀ ਸੀਟ ਤੇ ਕੋਈ ਵਧੀਆ ਸੋਚ ਵਾਲਾ ਬੰਦਾ ਬੈਠਾ ਹੋਵੇ। ਸੋ ਉਸ ਟਾਈਮ ਤੇ ਇੱਕ ਵਾਰੀ ਇੱਕ ਕੋਈ ਇਨਸਾਨ ਸੀ, ਉਹਨੇ ਬੜੀ ਮਾੜੀ ਹਰਕਤ ਕੀਤੀ ਸੀ। ਸੋ ਮੈਂ ਡਰੀ ਨਹੀਂ। ਸੋ ਮੈਂ ਪਹਿਲਾਂ ਤਾਂ ਆਪ ਉਹਨੂੰ 2 ਕਲਾਈਆਂ, ਫਿਰ ਉਸ ਤੋਂ ਬਾਅਦ ਫਿਰ ਡਰਾਈਵਰ ਕਨੈਕਟਰ ਵੀ ਬਹੁਤ ਚੰਗੇ ਸੀ ਔਰ ਉਹਨਾਂ ਨੇ ਗੱਡੀ ਬੱਸ ਰੋਕੀ ਔਰ ਉਹਨਾਂ ਨੂੰ 2 ਲਾ ਕੇ ਥੱਲੇ ਲਾਤਾ। ਕਹਿੰਦੇ ਤੇਰੀ ਸਜ਼ਾ ਹੈ ਕਿ ਤੈਨੂੰ ਇੱਥੇ ਉਤਾਰਨਾ। ਸੋ ਮੈਨੂੰ ਲੱਗਦਾ ਕਿ ਠੀਕ ਹੈ। ਵੈਸੇ ਵੀ ਉਦੋਂ ਫਿਰ ਚੰਡੀਗੜ੍ਹ ਤੋਂ ਸਰਸੇ ਤੋਂ ਲੁਧਿਆਣਾ ਇਸ ਤਰ੍ਹਾਂ ਬੱਸ 'ਚ ਸਫ਼ਰ ਕੀਤਾ। ਔਰ ਅੱਜ ਵੀ ਮੈਂ ਕਹਾਂਗੀ ਕਿ ਅਗਰ ਕੋਈ ਆਲੇ ਦੁਆਲੇ ਤੁਹਾਡੇ ਇਸ ਤਰ੍ਹਾਂ ਕੋਈ ਹੁੰਦਾ ਹੈ ਤਾਂ ਮੈਂ ਕਹਾਂਗੀ ਕਿ ਵਿੱਚ ਬੈਠੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ। ਬਿਲਕੁਲ। ਔਰ ਇਹ ਬਹੁਤ ਜ਼ਰੂਰੀ ਹੋ ਗਿਆ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿਤੇ ਵੀ ਅੱਜ ਕੱਲ ਕਿਤੇ ਵੀ ਸੇਫਟੀ ਨਹੀਂ। ਇਵਨ ਅਸੀਂ ਕਿਤੇ ਘਰੋਂ ਬਾਹਰ ਵੀ ਨਿਕਲਣਾ ਹੈ ਤਾਂ ਸਾਨੂੰ ਸੋਚਣਾ ਪੈਂਦਾ ਹੈ, ਸਾਨੂੰ ਡਰ ਲੱਗਦਾ ਹੈ ਕਿ ਅਸੀਂ ਸੇਫ ਵੀ ਹੈਗੇ, ਅਸੀਂ ਬਾਹਰ ਨਿਕਲ ਵੀ ਸਕਦੇ ਹਾਂ। ਔਰ ਜਿਹੜਾ ਤੁਹਾਡਾ ਇਹ ਗੀਤ ਆਇਆ ਸੀਗਾ ਕਿ ਮੁੰਡੇ ਮੰਡ ਦਿੰਨੀ ਆ ਮੈਂ ਫੈਂਟ, ਸਾਡੀ ਗੱਲਬਾਤ ਬੜੀ ਘੈਂਟ ਮੁੰਡੇ ਆ। ਮੈਂ ਤਾਂ ਹੀ ਮੈਂ ਪੁੱਛਿਆ, ਮੈਂ ਕਿ ਕਿੰਨੇ ਕੁ ਮੁੰਡੇ ਫਿਰ ਅੱਜ ਤੱਕ ਫੈਂਟ? ਫਿਰ ਇਸ ਤੋਂ ਬਾਅਦ ਇੱਕ ਗਾਣਾ ਗਾਣ ਦਾ ਸੋਚਿਆ ਸੀ ਜਾਂ ਕਿੱਦਾਂ? ਨਹੀਂ, ਇਹ ਗਾਣਾ ਐਕਚੁਅਲੀ ਹਾਂ, ਇਹ ਤਾਂ ਗਾਣਾ ਮੇਰਾ ਹੁਣ ਆਇਆ 2016 ਦੇ ਵਿੱਚ ਆਇਆ ਸੀ। ਔਰ ਉਸ ਤੋਂ ਪਹਿਲਾਂ ਜਦੋਂ ਮੈਂ ਗੀਤ ਪਵਨ ਹੁਣਾਂ ਨੇ ਮੈਨੂੰ ਭੇਜਿਆ ਸੀ ਕਿ ਮੈਮ ਸਵੈਗ 'ਚ ਆਇਆ ਸੀ, ਨਵੇਂ ਸਾਲ ਲਈ ਗੀਤ ਕਰਨਾ ਸੀ, ਪ੍ਰੋਜੈਕਟ ਸੀ ਨਵੇਂ ਸਾਲ ਦਾ। ਤੇ ਮੈਂ ਜਦੋਂ ਲਾਈਨ ਪੜ੍ਹੀ ਤੇ ਮੈਨੂੰ ਆਪਦੇ ਵਰਗੀ ਲੱਗੀ ਉਹ ਲਾਈਨ, ਕੀ ਹੈ ਨਾ, ਤੇ ਆਪ ਹੀ ਦਈ ਦਾ ਬੰਦਾ ਫੈਂਟ ਮੁੰਡਿਆ।
ਤੇ ਮੈਂ ਕਿਹਾ ਠੀਕ ਹੈ ਆਪਣੇ ਵਰਗੀ ਲਾਈਨ ਹੈ। ਸੋ ਉਹ ਗੀਤ ਮੈਂ ਬਾਅਦ ਚ ਗਾਇਆ, ਪਰ ਉਸ ਤੋਂ ਪਹਿਲਾਂ ਹੀ ਮੈਂ ਫੈਂਟਾ ਸੀਗਾ। ਪਰ ਫਿਰ ਜਦੋਂ ਉਹਨਾਂ ਨੇ ਤੁਹਾਨੂੰ ਇੱਕ ਗੀਤ ਸੁਣਾਇਆ ਹੋਣਾ, ਪੱਕੀ ਇਹ ਵਾਲੀ ਚੀਜ਼ ਤੁਹਾਡੇ ਦਿਮਾਗ 'ਚ ਆਈ ਹੋਣੀ ਹੈ ਕਿ ਵਾਕਿਆ 'ਚ ਮੈਂ ਵੀ ਮੁੰਡਾ ਫੈਂਟਿਆ ਸੀਗਾ। ਬਿਲਕੁਲ ਬਿਲਕੁਲ, ਅਸੀਂ ਡਿਸਕਸ਼ਨ ਵੀ ਕੀਤੀ। ਔਰ ਬਸ ਇਹ ਹੈ ਕਿ ਮੇਰਾ ਨਾਮ ਵੀ ਰਾਖੀ ਰੱਖਿਆ ਸੀ, ਅਸਲੀ ਨਾਂ ਤੇ ਮੇਰਾ ਸੁਖਵਿੰਦਰ ਕੌਰ ਹੈ, ਤੇ ਮੇਰੀ ਭੈਣ ਨੇ ਜਦੋਂ ਮੇਰਾ ਨਾਂ ਰੱਖਿਆ ਸੀ ਤੇ ਉਹ ਨਾਮ ਪੂਰਾ ਸਾਰਥਕ ਹੋਇਆ। ਮੈਂ ਆਪਣੀ ਰਾਖੀ ਖੁਦ ਆਪ ਹੀ ਕੀਤੀ ਹੈ। ਔਰ ਬਿਲਕੁਲ ਜਿੱਦਾਂ ਤੁਸੀਂ ਨਾਮ ਦੀ ਗੱਲ ਕੀਤੀ ਕਿ ਸੁਖਵਿੰਦਰ ਕੌਰ ਹੈ ਨਾ ਤੁਹਾਡਾ ਰੀਅਲ ਨੇਮ ਆ, ਤੇ ਫਿਰ ਸੁਖਵਿੰਦਰ ਕੌਰ ਤੋਂ ਰਾਖੀ ਹੁੰਦਲ ਨਾਮ ਕਿੱਦਾਂ ਪਿਆ? ਐਕਚੁਅਲੀ ਜਦੋਂ ਪੜ੍ਹਦੇ ਸੀ ਤੇ ਮੇਰੇ ਵੱਡੇ ਸਿਸਟਰ ਲੱਖੀ ਹੁੰਦਲ ਫਿਲਮਾਂ 'ਚ ਕੰਮ ਕਰਦੇ ਸੀ, ਔਰ ਉਹਨਾਂ ਦਾ ਨਾਮ ਲਖਵਿੰਦਰ ਕੌਰ ਸੀ। ਸੋ ਇੰਡਸਟਰੀ 'ਚ ਕੋਈ ਸਾਡੇ ਸੀਗੇ ਸੀਨੀਅਰ ਆਰਟਿਸਟ, ਉਹਨਾਂ ਦਾ ਨਾਮ ਲਖਵਿੰਦਰ ਤੋਂ ਲੱਖੀ ਕਿ ਹੁੰਦਲ ਵੀ ਹੋਣਾ ਚਾਹੀਦਾ, ਹੁੰਦਲਾਂ ਦੀ ਕੁੜੀ ਹੈ, ਤੇ ਉਹ ਫਿਰ ਉਹਨਾਂ ਨੇ ਲੱਖੀ ਹੁੰਦਲ ਰੱਖਿਆ। ਤੇ ਜਦੋਂ ਮੇਰੀ ਵਾਰੀ ਆਈ, ਮੈਂ ਪੜ੍ਹਾਈ ਖਤਮ ਕੀਤੀ ਔਰ ਐਜ਼ ਅ ਸਿੰਗਰ ਉਹਨਾਂ ਨੇ ਮੈਨੂੰ ਪ੍ਰਮੋਟ ਕੀਤਾ, ਤੇ ਉਹ ਕਹਿੰਦੇ ਕਿ ਨਹੀਂ ਸੁਖਵਿੰਦਰ ਕਾਫੀ ਨਾਮ ਨੇ ਇੰਡਸਟਰੀ 'ਚ। ਸੋ ਉਹਨਾਂ ਨੇ ਫਿਰ ਲੱਖੀ ਰਾਖੀ ਮੈਨੂੰ ਦੇਤਾ। ਘਰ ਦਾ ਨਾਮ ਮੇਰਾ ਰਾਣੀ ਸੀਗਾ, ਤੇ ਰਾਣੀ ਤੋਂ ਰਾਖੀ ਬਣਾਤਾ, ਔਰ ਫਿਰ ਰਾਖੀ ਹੁੰਦਲ ਅਸੀਂ ਦੋ ਭੈਣਾਂ ਇੰਡਸਟਰੀ 'ਚ ਲੱਗ ਪਏ ਕੰਮ ਕਰਨ। ਔਰ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਆਡੀਅנס ਵੀ ਹੈ ਨਾ ਜਿਹੜੇ ਤੁਹਾਡੇ ਚਾਹਣ ਵਾਲੇ ਸਾਰੇ ਰਾਖੀ ਹੁੰਦਲ ਦੇ ਨਾਮ ਤੋਂ ਹੀ ਤੁਹਾਨੂੰ ਬਿਲਕੁਲ ਸਾਰੇ ਰਾਖੀ ਦੇ ਨਾਮ ਤੋਂ ਜਾਣਦੇ ਨੇ। ਔਰ ਬਸ ਸਕੂਲ ਟਾਈਮ ਜਿਹੜੇ ਮੇਰੇ ਫਰੈਂਡਸ ਸੀਗੇ ਜਾਂ ਸਕੂਲ ਟਾਈਮ ਪੜ੍ਹੀ, ਉਸ ਟਾਈਮ ਹੀ ਸੁਖਵਿੰਦਰ ਚੱਲਦਾ ਸੀ, ਉਸ ਤੋਂ ਬਾਅਦ ਤਾਂ ਫਿਰ ਰਾਖੀ ਹੀ ਚੱਲਿਆ। ਇੱਕ ਅਸੀਂ ਇਹ ਵੀ ਰਾਖੀ ਦੇਖਦੇ ਹਾਂ ਕਿ ਜਦੋਂ ਇਸ ਇੰਡਸਟਰੀ ਦੇ ਵਿੱਚ ਕੋਈ ਆ ਜਾਂਦਾ ਨਾ ਤਾਂ ਉਦੋਂ ਆਪਣਾ ਨਾਮ ਚੇਂਜ ਕਰ ਲੈਂਦੇ ਆ। ਇਹ ਕੀ ਲੱਗਦਾ ਕਿ ਇਹ ਜ਼ਰੂਰੀ ਆ ਕਿ ਆ ਕੇ ਇਸ ਲਾਈਨ ਦੇ ਵਿੱਚ ਨਾਮ ਚੇਂਜ ਕਰਨਾ ਜ਼ਰੂਰੀ ਆ? ਨਹੀਂ, ਮੈਨੂੰ ਨਹੀਂ ਲੱਗਦਾ ਵੀ, ਅਗਰ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਉਸ ਟਾਈਮ ਹੁੰਦੀ, ਜੇ ਮੈਨੂੰ ਸਮਝ ਹੁੰਦੀ ਤੇ ਸ਼ਾਇਦ ਮੈਂ ਨਹੀਂ ਵੀ ਕਰਦੀ ਹੈ ਨਾ, ਤੇ ਜਾਂ ਮੈਂ ਉਹਨੂੰ ਕਿਸੇ ਹੋਰ ਤਰੀਕੇ ਨਾਲ ਕਰ ਲੈਂਦੀ। ਪਰ ਇਦਾਂ ਲੱਗਦਾ ਕਿ ਕਈ ਲੋਕ ਇਸ ਤਰ੍ਹਾਂ ਚੇਂਜ ਕਰਦੇ ਨੇ ਕਿ ਪੁੱਛ ਕੇ ਗ੍ਰਹਿ ਨਛੱਤਰ ਦੇ ਹਿਸਾਬ ਨਾਲ ਕਿ ਕਿਹੜਾ ਲਫ਼ਜ਼ ਸਹੀ ਹੈ, ਕਿਹੜਾ ਆਰ ਲੱਕੀ ਹੈ ਕਿ ਐਸ ਲੱਕੀ ਹੈ। ਬਟ ਉਸ ਟਾਈਮ ਸਾਡਾ ਸਡਨਲੀ ਲੱਖੀ ਰਾਖੀ ਕਰਕੇ ਹੋਇਆ ਚੇਂਜ, ਤੇ ਕਈ ਲੋਕ ਉਸ ਵੇ ਨਾਲ ਕਰ ਲੈਂਦੇ ਆ ਚੇਂਜ। ਤੇ ਬਟ ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਦੇ ਮੂੰਹ ਚੋਂ ਵੀ ਰਾਖੀ ਨਿਕਲਿਆ ਹੋਏਗਾ, ਇਸ ਲਈ ਸ਼ਾਇਦ ਤੁਹਾਨੂੰ ਲਾਈਫ 'ਚ ਇਹ ਪ੍ਰਾਪਤੀ ਹੋਣੀ ਹੁੰਦੀ ਹੈ ਨਾ ਕਿਸੇ ਨਾ ਕਿਸੇ ਤਰੀਕੇ ਨਾਲ। ਸੋ ਜੋ ਦਿੱਤਾ ਪ੍ਰਮਾਤਮਾ ਨੇ, ਚਾਹੇ ਉਹ ਨਾਮ ਹੈ, ਚਾਹੇ ਸ਼ੌਹਰਤ ਹੈ, ਚਾਹੇ ਜੋ ਵੀ ਕੰਮ ਹੈ, ਆਪਾਂ ਸਿਰ ਮੱਥੇ ਲਏ ਨੇ ਉਹਨਾਂ ਨੂੰ। ਬਿਲਕੁਲ। ਔਰ ਮੈਨੂੰ ਲੱਗਦਾ ਹੈ ਕਿ ਅੱਜ ਵਾਕਈ ਤੁਹਾਡਾ ਨਾਮ ਹੈ ਨਾ, ਕਿਉਂਕਿ ਜਦੋਂ ਵੀ ਪੰਜਾਬੀ ਫੋਕ ਗਾਇਕਾਂ ਦੀ ਗੱਲ ਹੁੰਦੀ ਹੈ ਤਾਂ ਤੁਹਾਡਾ ਨਾਮ ਜ਼ਰੂਰ ਆਉਂਦਾ ਆ। ਸੋ ਫੋਕ ਗੀਤਾਂ ਦੀ ਆਪਾਂ ਗੱਲ ਕੀਤੀ ਆ, ਮਿਰਜ਼ਾ 2015 ਦੇ ਵਿੱਚ ਤੁਸੀਂ ਦੁਬਾਰਾ ਸ਼ੁਰੂਆਤ ਕੀਤੀ ਹੈ ਨਾ ਮਿਰਜ਼ਾ ਤੋਂ, ਤੇ ਮਿਰਜ਼ਾ ਦੀਆਂ ਦੋ ਲਾਈਨਾਂ ਅਸੀਂ ਨਾ ਸੁਣੀਏ ਤਾਂ ਹੋ ਨਹੀਂ ਸਕਦਾ। ਬਿਲਕੁਲ ਜੀ, ਕਿਉਂਕਿ ਇਹ ਦੁਬਾਰਾ ਜਦੋਂ ਸ਼ੁਰੂਆਤ ਹੋਈ ਹੈ ਮਿਰਜ਼ਾ, ਜਦੋਂ ਮੈਂ ਫੋਕ ਸ਼ੁਰੂ ਕੀਤਾ ਸੀ ਨਾ, ਤੇ ਮੈਨੂੰ ਬਹੁਤ ਸਾਰੇ ਸਾਨੂੰ ਲੋਕਾਂ ਨੇ ਕਿਹਾ ਸੀ ਕਿ ਰਾਖੀ ਇਹ ਨਹੀਂ ਚੱਲਣਾ, ਹੁਣ ਥੋੜਾ ਜਿਹਾ ਹੋਰ ਚੱਲ, ਤੜਕ ਭੜਕ ਚੱਲਦੀ ਸੀ। ਲੇਕਿਨ ਮਿਰਜ਼ੇ ਦੇ ਵਿੱਚ ਐਸਾ ਰੰਗ ਹੈ, ਐਸੀ ਉਹਦੇ ਵਿੱਚ ਜੋਸ਼ ਹੈ ਨਾ, ਤੇ ਮਿਊਜ਼ਿਕ ਦੇ ਵਿੱਚ, ਤੇ ਜਿੱਥੇ ਮਿਰਜ਼ਾ ਚੱਲਦਾ ਨਾ ਫਿਰ ਉੱਥੇ ਬਾਕੀ ਸਾਰੇ ਫੇਲ ਹੋ ਜਾਂਦੇ ਆ। ਤੇ ਚਲੋ ਮੈਂ ਕਹਿੰਨੀ ਕਿ ਮੈਂ ਖੁਸ਼ਕਿਸਮਤ ਆ, ਹਿੱਸੇ ਆਇਆ ਮੇਰੇ ਮਿਰਜ਼ਾ ਔਰ ਬਾਕੀ ਫੋਕ ਗਾਇਕੀ। ਸੋ ਉਹਦੀਆਂ ਮੈਂ 4 ਲਾਈਨਾਂ ਸੁਣਾ ਦਿੰਦੀ ਹਾਂ। ਜੱਟ ਚੜਦੇ ਮਿਰਜ਼ੇ ਖਾਨ ਨੂੰ, ਵੱਡੀ ਭਾਬੀ ਲੈਂਦੀ ਥੰਮ, ਵੇ ਮੈਂ ਕਦੇ ਨਾ ਦਿਓਰ ਵੰਗਾਰਿਆ, ਜੱਟਾ ਕਦੀ ਨਾ ਆਇਓ ਕੰਮ, ਕਦੇ ਨਾ ਦਿਓਰ ਵੰਗਾਰਿਆ, ਵੰਗਾਰਿਆ ਜੱਟਾ ਕਦੀ ਨਾ ਆਇਓ ਕੰਮ। ਏ ਆ ਏ ਆ ਏ ਆ, ਜੇ ਤੂੰ ਚੱਲਿਆ ਭੁੱਖਾ ਰਿਜ਼ਕ ਦਾ, ਮੇਰੀਆਂ ਕੋਠੀਆਂ ਲੈ ਆ ਪੰਨ, ਜੇ ਤੂੰ ਚੱਲਿਆ ਏ ਦੁੱਧ ਪੀਣ ਨੂੰ, ਦੇਵਾਂ ਬੂਰੀਆਂ ਕਿੱਲੇ ਤੇ ਬੰਨ, ਜੇ ਤੂੰ ਚੱਲਿਆ ਵਿਆਹ ਕਰਵਾਉਣ ਨੂੰ, ਮੇਰੇ ਪੇਕੀ ਲੈ ਚੱਲ ਜੰਨ, ਤੈਨੂੰ ਆਪ ਤੋਂ ਛੋਟੀ ਵਿਆਹ ਦਿਆਂ, ਜੱਟਾ ਰੂਪ ਜੱਟੀ ਦਾ ਧਨ, ਆਪ ਤੋਂ ਛੋਟੀ ਵਿਆਹ ਦਿਆਂ, ਵਿਆਹ ਦਿਆਂ, ਜੱਟਾ ਰੂਪ ਜੱਟੀ ਦਾ ਧਨ। ਏ ਆ ਏ ਆ ਏ ਆ ਆ ਜੀ ਵਾਹ। ਔਰ ਵਾਕਈ ਰੂਪ ਜੱਟੀ ਦਾ ਧਨ। ਨਹੀਂ, ਮੈਂ ਇਸ਼ਾਰਾ ਤੁਹਾਡੇ ਲਈ ਕੀਤਾ ਸੀ। ਅੱਛਾ, ਪਰ ਨਹੀਂ ਘੱਟ ਤੁਸੀਂ ਵੀ ਨਹੀਂ ਲੱਗ ਰਹੇ। ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ, ਕਿਉਂਕਿ ਇਹ ਮਿਰਜ਼ੇ ਨੇ ਨਾ ਜਦੋਂ ਜਸਮੀਤ ਜੀ ਸ਼ੁਰੂ ਕੀਤਾ ਮੈਂ, ਤੇ ਹਾਲਾਂਕਿ ਮੈਂ ਡਰ ਰਹੀ ਸੀ, ਮੈਂ ਪਹਿਲਾਂ ਕੰਮ ਕਰ ਚੁੱਕੀ ਸੀ, ਲੇਕਿਨ ਮੈਂ ਹਮੇਸ਼ਾ ਅੱਜ ਵੀ ਜੋ ਸਟੇਜ ਤੇ ਜਾਨੀ ਨਾ, ਤੇ ਮੈਨੂੰ ਦਿਲ 'ਚ ਮੇਰੇ ਕੁਦੀ ਜੀ ਹੁੰਦੀ ਆ ਵੀ ਪਤਾ ਨਹੀਂ ਕਿੱਦਾਂ ਦੀ ਆਡੀਅנס ਹੈ, ਸੋ ਡਰ ਕੇ ਜਾਣਾ ਚਾਹੀਦਾ। ਤੇ ਜਦੋਂ ਇਹ ਫਿਰ ਮਿਰਜ਼ਾ ਆਇਆ, ਇਸ ਮਿਰਜ਼ੇ ਨੇ ਉਦੋਂ ਤੋਂ ਲੈ ਕੇ ਅੱਜ ਇੱਥੇ ਤੱਕ ਤੁਹਾਡੇ ਨਾਲ ਬੈਠਣ ਤੱਕ ਇੰਨਾ ਪਿਆਰ ਔਰ ਮਾਨ ਸਨਮਾਨ ਮੈਨੂੰ ਮਿਲਿਆ। ਮੈਨੂੰ ਲੱਗਦਾ ਕਿ
ਅਸੀਂ ਜਦੋਂ ਵਧੀਆ ਗਾਇਕੀ ਨੂੰ ਚੁਣਦੇ ਆ ਨਾ, ਵਧੀਆ ਗੀਤਾਂ ਨੂੰ ਚੁਣਦੇ ਆ, ਵਧੀਆ ਕਲਮ ਨੂੰ ਚੁਣਦੇ ਆ ਔਰ ਗਾਉਂਦੇ ਆ, ਉਸ ਟਾਈਮ ਠੀਕ ਹੈ, ਲੱਗਦਾ ਮੈਨੂੰ ਕਿ ਉਹਦਾ ਦਾਇਰਾ ਘੱਟ ਹੋ ਸਕਦਾ, ਤੁਹਾਡੇ ਵਿਊ ਘੱਟ ਹੋ ਸਕਦੇ ਆ, ਤੁਹਾਨੂੰ ਪ੍ਰੋਗਰਾਮ ਤੁਹਾਡੇ ਕੋਲ ਘੱਟ ਹੋ ਸਕਦੇ ਆ। ਪਰ ਜਦੋਂ ਤੁਸੀਂ ਇਹ ਮੈਂ ਸਪੈਸ਼ਲ ਕਵਾਂਗੀ ਕਿ 4 ਕਲਾਕਾਰਾਂ 'ਚ ਜਦੋਂ ਤੁਸੀਂ ਖਲੋ ਕੇ ਬਾਕੀ ਪੌਪ ਫੋਕ ਹੋਰ ਗਾ ਰਹੇ ਹੁੰਦੇ ਨਾ, ਤੇ ਉਹਨਾਂ ਦੇ ਵਿੱਚ ਅਗਰ ਤੁਸੀਂ ਕੱਲਾ ਮਿਰਜ਼ਾ ਜਾਂ ਇੱਕ ਫੋਕ ਗਾ ਦਿੰਦੇ ਹੋ, ਉੱਥੇ ਸਭ ਮਤਲਬ ਧੋਣੇ ਧੁੱਪ ਜਾਂਦੇ ਆ। ਤੁਹਾਨੂੰ ਡਰ ਨਹੀਂ ਹੁੰਦਾ, ਜੇ ਤੁਸੀਂ ਚੰਗਾ ਗਾਉਣੇ ਨਾ, ਤੁਹਾਨੂੰ ਕਦੀ ਡਰ ਨਹੀਂ ਲੱਗੇਗਾ ਕਿ ਮੈਂ ਫਲਾਣੇ ਪ੍ਰੋਗਰਾਮ ਤੇ ਜਾਣਾ, ਵਿਆਹ ਦੇ ਜਾਂ ਮੇਲੇ ਤੇ ਬਰਥਡੇ ਪਾਰਟੀ ਤੇ ਮੈਂ ਕੀ ਗਾਉਂਗਾ, ਕਿਉਂਕਿ ਤੁਹਾਡੇ ਕੋਲ ਇੰਨੀ ਤਾਕਤ ਹੈ ਫੋਕ ਦੇ ਵਿੱਚ ਕਿ ਤੁਹਾਨੂੰ ਸੋਚਣਾ ਨਹੀਂ ਪੈਂਦਾ। ਸੋ ਇਸ ਲਈ ਇਹ ਜਿਹੜਾ ਮੇਰੇ ਹਿੱਸੇ ਆਇਆ, ਉਹਦੇ ਲਈ ਮੈਂ ਪ੍ਰਮਾਤਮਾ ਦੀ ਬੇहद ਸ਼ੁਕਰਗੁਜ਼ਾਰ ਹਾਂ ਜੀ। ਆਪਾਂ ਗੱਲ ਕਰ ਰਹੇ ਸੀ ਫੋਕ ਗੀਤਾਂ ਦੀ, ਹਨਾ, ਜਿੱਦਾਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਮਿਰਜ਼ਾ 2015 ਚ ਦੁਬਾਰਾ ਸ਼ੁਰੂਆਤ ਕਰਨੀ ਸੀ ਤਾਂ ਬਹੁਤ ਜਣਿਆਂ ਨੇ ਤੁਹਾਨੂੰ ਕਿਹਾ ਕਿ ਫੋਕ ਗੀਤ ਨਹੀਂ ਗਾਣੇ ਚਾਹੀਦੇ, ਹਨਾ, ਪਰ ਅੱਜ ਜਦੋਂ ਗੀਤ ਗਾਇਆ, ਹਨਾ, ਦਰਸ਼ਕਾਂ ਵੱਲੋਂ ਨੋ ਡਾਊਟ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਪਰ ਕਦੇ ਨਾ ਕਦੇ ਏਦਾਂ ਵੀ ਦਿਮਾਗ ਦੇ ਵਿੱਚ ਇਹ ਚੀਜ਼ ਆਉਂਦੀ ਆ ਕਿ ਫੋਕ ਤਾਂ ਮੈਂ ਗਾ ਹੀ ਰਹੀ ਹਾਂ, ਨਾਲ ਕੁਛ ਨਾ ਕੁਛ ਮੈਂ ਹੋਰ ਵੀ ਹਥਿਆਰਾਂ ਵਾਲਾ ਕਰਾਂ ਜਾਂ ਸਮਥਿੰਗ, ਕਿਉਂਕਿ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਇੱਕ ਗੀਤ ਨੂੰ ਜਦੋਂ ਅਸੀਂ, ਹਨਾ, ਕੋਈ ਵੀ ਗਾਉਂਦੇ ਆ ਤਾਂ ਹਰ ਕੋਈ ਇਹ ਚਾਹੁੰਦਾ ਕਿ ਅਸੀਂ ਰਾਤੋਂ ਰਾਤ ਸਟਾਰ ਬਣ ਜਾਈਏ, ਸਾਡਾ ਇੱਕ ਟਰੈਕ ਆਵੇ ਤੇ ਪੂਰੀ ਦੁਨੀਆ ਦੇ ਵਿੱਚ ਸਾਡਾ ਨਾਮ ਹੋ ਜਾਏ। ਤੇ ਫਿਰ ਜਦੋਂ ਦੁਬਾਰਾ ਸ਼ੁਰੂਆਤ ਕਰਨੀ ਸੀ, ਕਦੇ ਕਿਤੇ ਦਿਮਾਗ ਦੇ ਵਿੱਚ ਇਹ ਚੀਜ਼ ਵੀ ਆਈ ਸੀ? ਐਕਚੁਅਲੀ ਮੈਨੂੰ ਗੀਤ ਵੀ ਬਹੁਤ ਆਏ ਸੀ, ਮੈਨੂੰ ਭੇਜੇ ਗਏ ਸੀ ਗੀਤ। ਉਹ ਗੀਤ ਜਦੋਂ ਮੈਂ ਛੱਡੇ ਹੋਰ ਵੀ ਕਈਆਂ ਨੇ ਗਾਏ, ਕਾਫੀ ਚੱਲੇ ਉਹ ਗੀਤ, ਪਰ ਮੈਨੂੰ ਲੱਗਦਾ ਕਿ ਮੇਰੇ ਜ਼ਿਹਨ 'ਚ ਉਹ ਚੀਜ਼ ਸੀ, ਸ਼ੁਰੂ ਤੋਂ ਮੈਂ ਸੁਣਿਆ ਹੀ ਸੀਗਾ ਸੁਰਿੰਦਰ ਕੌਰ ਜੀ ਉਹਨਾਂ ਨੂੰ ਸ਼ੁਰੂ ਤੋਂ। ਤੇ ਮੇਰੇ ਫਾਦਰ ਸਾਹਿਬ ਵੀ ਨਾ ਹੀਰ, ਉਹਨਾਂ ਦੀ ਆਵਾਜ਼ ਬਹੁਤ ਅੱਛੀ ਸੀ ਔਰ ਉਹ ਫੋਕ ਹੀ ਗਾਇਆ ਕਰਦੇ ਸੀ, ਉਹਨਾਂ ਨੇ ਸੁਣਨਾ ਵੀ ਉਹ। ਤੇ ਜਦੋਂ ਮੈਂ ਸ਼ੁਰੂਆਤ ਕੀਤੀ ਤੇ ਮੈਂ ਅਕਸਰ ਆਪਣੇ ਆਪ ਨੂੰ ਜਿੰਨਾ ਕੰਫਰਟੇਬਲ ਮੈਂ ਫੋਕ 'ਚ ਮਹਿਸੂਸ ਕਰਦੀ ਹਾਂ, ਮੈਂ ਸਟੇਜ ਤੇ ਜਿੱਦਾਂ ਰੋਮਾਂਟਿਕ ਗੀਤ ਆਪਾਂ ਨੱਚਣ ਟੱਪਣ ਵਾਲੇ ਸਾਰੇ ਗਾਈਦੇ ਨੇ, ਲੇਕਿਨ ਜਦੋਂ ਮਿਰਜ਼ਾ ਆਇਆ ਸੀ ਤਾਂ ਉਸ ਤੋਂ ਬਾਅਦ ਵੀ ਮੈਨੂੰ ਗੀਤ ਆਏ ਤੇ ਉਹਨਾਂ ਨੇ ਕਿਹਾ ਮੈਮ ਕਿ ਤੁਸੀਂ ਹੁਣ ਥੋੜਾ ਜਿਹਾ ਫੋਕ ਗਾ ਲਿਆ, ਇਹ ਵੀ ਗਾ ਕੇ ਦੇਖੋ। ਪਤਾ ਨਹੀਂ ਕਿਉਂ ਵੈਸੇ ਹੀ ਮਨ ਨੂੰ ਲੱਗੇ, ਗੀਤ ਬਹੁਤ ਆਏ ਨੇ ਔਰ ਹੁਣ ਵੀ ਸਟਿਲ ਆਉਂਦੇ ਨੇ। ਮੈਨੂੰ ਲੱਗਦਾ ਕਿ ਉਹ ਮੇਰੀ ਸ਼ਾਇਦ ਪਰਸਨੈਲਿਟੀ ਨੂੰ ਸੂਟ ਨਹੀਂ ਕਰਦੇ, ਜਾਂ ਮੈਨੂੰ ਲੱਗਦਾ ਮੈਂ ਕੰਫਰਟੇਬਲ ਨਹੀਂ ਆ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਉਹ ਲੜਕੀ ਆ ਜਸਮੀਤ ਕੀ ਜਿਹੜੀ ਮੈਂ ਆਪਣੇ ਬਾਰੇ ਤਾਂ ਸੋਚਦੀ ਆ, ਪਰ ਨਾਲ ਮੈਂ ਸਮਾਜ ਬਾਰੇ ਵੀ ਸੋਚਦੀ ਆ। ਮੈਂ ਸੋਚਦੀ ਆ ਕਿ ਇਹ ਗੀਤ ਜਦੋਂ ਮੈਂ ਗਾਉਣੀ ਆ ਨਾ, ਇਹ ਮੇਰੀ ਫੈਮਿਲੀ ਨੇ ਦੇਖਣਾ ਔਰ ਪਰਿਵਾਰ 'ਚ ਸੁਣਨਾ, ਸਾਰਿਆਂ ਨੇ, ਪਿੰਡ ਵਾਲਿਆਂ ਨੇ ਵੇਖਣਾ, ਤੇ ਜਦੋਂ ਲੋਕ ਵੇਖਣਗੇ ਤੇ ਇਹ ਮੈਂ ਐਡਵਾਂਸ ਸੋਚ ਕੇ ਚੱਲਦੀ ਆ। ਮੈਂ ਇਹ ਭੁੱਲ ਜਾਂਦੀ ਆ ਕਿ ਇਹ ਗੀਤ ਦੇ ਨਾਲ ਮੈਨੂੰ ਜ਼ਿਆਦਾ ਵਿਊ ਮਿਲਣਗੇ, ਜਾਂ ਮੈਂ ਰਾਤੋਂ ਰਾਤ ਸਟਾਰ ਵੀ ਬਣ ਸਕਦੇ ਆ, ਜਾਂ ਤੁਹਾਨੂੰ ਪਪੂਲੈਰਿਟੀ ਮਿਲ ਸਕਦੀ ਹੈ, ਕੰਟਰੋਵਰਸੀ ਹੋ ਸਕਦੀ ਆ। ਮੇਰੀ ਕਦੀ ਨਹੀਂ ਹੋਈ। ਸੋ ਬਟ ਕਦੇ ਕਦੇ ਜਦੋਂ ਇਹ ਚੀਜ਼ ਨੂੰ ਸੋਚੀਦਾ ਸੀਗਾ ਵੀ ਫੋਕ ਅਸੀਂ ਜਦੋਂ ਕਈ ਵਾਰ ਗਾਉਣਾ ਤੇ ਕਈ ਨਾ ਸਾਡੇ ਗੀਤਾਂ ਨੂੰ ਜ਼ਰੂਰੀ ਨਹੀਂ ਸਾਰਿਆਂ ਦੇ ਇੰਨੇ ਵਿਊ ਹੋਣ, ਨਹੀਂ ਕਈਆਂ ਨੂੰ ਪਰ ਹੰਗਾਰਾ ਮਿਲਦਾ। ਤੇ ਕਈ ਵਾਰ ਜਦੋਂ ਕਿਸੇ ਗੀਤ ਨੂੰ ਨਹੀਂ ਉਹ ਚੀਜ਼ ਮਿਲਦੀ ਸੀ ਤੇ ਸੋਚਦੇ ਸੀ ਯਾਰ ਹੁਣ ਅਸੀਂ ਲੱਗਦਾ ਵੀ ਮਤਲਬ ਅਸੀਂ ਵੀ ਗਾ ਕੇ ਦੇਖ ਲਈਏ। ਮੈਂ ਝੂਠ ਨਹੀਂ ਬੋਲਾਂਗੀ, ਮੇਰੇ ਵੀ ਮਨ 'ਚ ਚੀਜ਼ਾਂ ਆਉਂਦੀਆਂ ਰਹੀਆਂ ਨੇ ਕਿ ਇੱਕ ਦੋ ਲੋਕ ਉਦਾਂ ਦੇ ਗਾ ਕੇ ਜਿਨ੍ਹਾਂ ਦੀ ਆਵਾਜ਼ ਨਹੀਂ ਹੈ ਜਾਂ ਕੁਛ ਨਹੀਂ ਹੈ, ਉਹ ਗਾ ਕੇ ਕੰਟਰੋਵਰਸੀ ਹੋ ਰਹੀ ਹੈ ਜਾਂ ਪਪੂਲਰ ਹੋ ਚੁੱਕੇ ਨੇ, ਤੇ ਵਧੀਆ ਗਾਉਣ ਵਾਲੇ ਜਾਂ ਵਧੀਆ ਨੂੰ ਤੁਸੀਂ ਪ੍ਰਮੋਟ ਨਹੀਂ ਕਰਦੇ। ਬਿਲਕੁਲ। ਅਸੀਂ ਨਾ, ਮੈਂ ਇੱਕ ਗੱਲ ਜ਼ਰੂਰ ਕਵਾਂਗੀ, ਸਾਡੇ ਦਰਸ਼ਕ ਜਿਹੜੇ ਨੇ, ਸੁਣਨ ਵਾਲੇ ਸਰੋਤੇ ਕਹਿ ਤੇ ਦਿੰਦੇ ਨੇ ਕਿ ਸਾਡੇ ਪੰਜਾਬ 'ਚ ਕਲਚਰ ਖਤਮ ਹੋ ਗਿਆ ਜਾਂ ਫੋਕ ਕੋਈ ਗਾਉਂਦਾ ਨਹੀਂ ਹੈ। ਮੈਂ ਕਵਾਂਗੀ ਗਾਉਂਦੇ ਨੇ, ਬਹੁਤ ਆਰਟਿਸਟ ਗਾਉਂਦੇ ਨੇ, ਪਰ ਉਹਨਾਂ ਨੂੰ ਤੁਸੀਂ ਕਿੰਨਾ ਅੱਗੇ ਲੈ ਕੇ ਆਉਂਦੇ ਹੋ? ਤੁਸੀਂ ਉਹਨਾਂ ਦਾ ਗਾਣਾ ਕਿੰਨਾ ਸ਼ੇਅਰ ਕਰਦੇ ਹੋ? ਤੁਸੀਂ ਇੱਕ ਊਲ ਜਲੂਲ ਹਰਕਤਾਂ ਕਰਨ ਵਾਲੇ ਲੋਕ ਜਿਹੜੇ ਨੇ, ਉਹਨਾਂ ਨੂੰ ਤੁਸੀਂ ਰਾਤੋਂ ਰਾਤ ਵਾਇਰਲ ਕਰਕੇ ਵੀਡੀਓ ਸਟਾਰ ਬਣਾ ਦਿੰਦੇ ਹੋ। ਤੇ ਇਹੀ ਅਗਰ ਤੁਸੀਂ ਵੀਡੀਓ ਨੂੰ ਚੰਗੇ ਗੀਤਾਂ ਵਾਲੇ ਨੂੰ ਸ਼ੇਅਰ ਕਰੋਗੇ ਤਾਂ ਆਪੇ ਹੀ ਪੰਜਾਬ ਦੇ ਵਿੱਚ ਕਲਚਰ ਬਣਿਆ ਰਹੇਗਾ। ਬਿਲਕੁਲ। ਔਰ ਕਿਤੇ ਨਾ ਕਿਤੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਕਹਿ ਦਿੰਦੇ ਆ ਕਿ ਸਿੰਗਰ ਅੱਜ ਕੱਲ ਇਦਾਂ ਦੇ ਗਾਉਂਦੇ ਆ ਤਾਂ ਕਰਕੇ ਲੋਕੀ ਸੁਣਦੇ ਆ, ਪਰ ਮੈਨੂੰ ਲੱਗਦਾ ਕਿ ਲੋਕਾਂ ਦੀ ਵੀ ਆਈ ਥਿੰਕ ਜੇ ਅਸੀਂ ਚੰਗੇ ਗੀਤਾਂ ਨੂੰ ਸੁਣਾਂਗੇ ਤਾਂ ਸਿੰਗਰ ਵੀ ਚੰਗੇ ਗੀਤ ਚੰਗੇ ਗਾਉਣਗੇ। ਹੁਣ ਜੇ ਅਸੀਂ ਵਾਰ-ਵਾਰ ਜੋ ਪਰੋਸਾਂਗੇ ਨਾ ਉਹਨਾਂ ਨੇ ਉਹ ਸੁਣਨਾ ਹੈ, ਪਰ ਸਾਹਮਣੇ ਵਾਲਿਆਂ ਦਾ ਫਰਜ਼ ਬਣਦਾ ਕਿ ਅਸੀਂ ਇਹ ਚੀਜ਼ ਨਹੀਂ ਖਾਣੀ, ਤੁਸੀਂ ਨਕਾਰ ਦਿਓ। ਹਥਿਆਰਾਂ ਦੀ ਵਜ੍ਹਾ ਦੇ ਨਾਲ ਸਾਡੇ ਪੰਜਾਬ ਦੇ ਵਿੱਚ ਮਾਹੌਲ ਕਿੰਨਾ ਖਰਾਬ ਹੋ ਚੁੱਕਾ ਹੈ ਔਰ ਇੰਨੇ ਅੱਛੇ ਆਰਟਿਸਟ, ਸਾਡੇ ਕਬੱਡੀ ਖਿਡਾਰੀ, ਸਾਡੇ ਬਹੁਤ ਸਾਰੇ ਲੋਕ ਇੱਥੋਂ ਜਾ ਚੁੱਕੇ ਨੇ। ਅਸੀਂ ਹੁਣ ਜੇ ਉਹਨਾਂ ਚੀਜ਼ਾਂ 'ਚ ਜਾਵਾਂਗੇ, ਸਮਾਂ ਨਹੀਂ ਇਜਾਜ਼ਤ ਦਿੰਦਾ, ਪਰ ਇੰਨਾ ਜ਼ਰੂਰ ਕਵਾਂਗੇ ਕਿ ਮਾਹੌਲ ਇੰਨਾ ਸਾਡੇ ਪੰਜਾਬ ਦਾ, ਤੁਹਾਨੂੰ ਮੈਂ ਸਹੀ ਗੱਲ ਕਵਾਂ, ਇੰਨਾ ਖਰਾਬ ਹੋ ਚੁੱਕਾ ਕਿ ਅੱਜ ਤੋਂ 4-5 ਮਹੀਨੇ ਪਹਿਲਾਂ ਜਿਹੜੇ ਅਸੀਂ ਬੇਧੜਕ ਹੋ ਕੇ ਸ਼ੋਆਂ ਤੇ ਜਾਂਦੇ ਸੀ ਨਾ, ਅਸੀਂ ਇਕੱਲੇ ਵੀ ਕਿਹੜਾ ਡਰਾਈਵਰ ਦੇ ਨਾਲ ਚਲੇ ਜਾਂਦੇ ਸੀ ਸ਼ੋਅ ਤੇ, ਕੋਈ ਜ਼ਰੂਰੀ ਨਹੀਂ 10 ਬੰਦੇ ਹੋਣ, ਤੇ ਕਿਸੇ ਰਿਸ਼ਤੇਦਾਰ ਨੂੰ। ਹੁਣ ਸਾਨੂੰ ਡਰ ਲੱਗਣ ਲੱਗ ਗਿਆ।
ਐਜ਼ ਏ ਵੂਮਨ, ਐਜ਼ ਏ ਹਿਊਮਨ ਬੀਇੰਗ ਮੈਂ ਕਹਾਂਗੀ ਕਿ ਹੁਣ ਸਾਨੂੰ ਪੰਜਾਬ ਦੇ ਵਿੱਚ ਡਰ ਲੱਗ ਰਿਹਾ ਕਿ ਅਸੀਂ ਲੁਧਿਆਣੇ ਤੱਕ ਵੀ ਜਾਵਾਂਗੇ, ਸਾਨੂੰ ਕੋਈ ਪਤਾ ਨਹੀਂ ਰਾਹ 'ਚ ਸਾਨੂੰ ਕਿਸੇ ਨੇ ਸਾਡੀ ਗੱਡੀ ਖੋਹ ਲੈਣੀ ਹੈ ਜਾਂ ਸਾਨੂੰ ਗੋਲੀ ਮਾਰ ਦੇਣੀ ਹੈ। ਇਹ ਜਿਹੜੀ ਦੇਣ ਹੈ ਨਾ, ਇਹ ਸਾਡੇ ਦੋਵਾਂ ਦੀ ਦੇਣ ਹੈ। ਇਹ ਸਾਡੇ 19 ਸਿੰਗਰਾਂ ਦੀ ਦੇਣ ਹੈ ਤੇ 19 ਦਰਸ਼ਕਾਂ ਦੀ ਦੇਣ ਹੈ, ਕਿਉਂਕਿ ਉਹਨੂੰ ਇੱਕ ਚਲੋ ਮੰਨ ਲਓ ਜੇ ਅਗਰ ਗਾਇਆ ਗਿਆ ਗੀਤ ਉਹਨੂੰ ਐਂਟਰਟੇਨਮੈਂਟ ਦੇ ਤੌਰ ਤੇ ਲਓ, ਫਿਰ ਉਹੀ ਚੀਜ਼ ਨੂੰ ਰਿਪਰੈਜ਼ੈਂਟਲੀ ਮੈਂ ਕਹਾਂਗੀ ਕਿ ਸਾਡੀ ਗਵਰਨਮੈਂਟ ਜਿਹੜੀ ਹੈ ਉਹਨਾਂ ਨੂੰ ਇਹ ਚੀਜ਼ ਚਾਹੀਦੀ ਹੈ ਕਿ ਫੈਸਲੇ ਬੜੇ ਆਏ ਨੇ, ਹਨਾ। ਹੁਣ ਪਿੱਛੇ ਜੀ ਆਇਆ ਕੀਤਾ ਗਿਆ ਕਿ ਜਿਹੜਾ ਵੀ ਬੰਦਾ ਸੋਸ਼ਲ ਮੀਡੀਆ ਤੇ ਹਥਿਆਰ ਚੁੱਕੇਗਾ ਜਾਂ ਵਿਖਾਏਗਾ, ਉਹ ਤੇ ਇੱਕ ਮੈਂ ਆਪਾਂ ਵੇਖਿਆ ਕੱਲ ਛੋਟੇ ਜਿਹੇ ਬੱਚੇ ਤੇ ਐਕਸ਼ਨ ਹੋਇਆ, ਤੇ ਮੈਂ ਇਹ ਕਹਾਂਗੀ ਕਿ ਛੋਟੇ ਬੱਚੇ ਤੇ ਐਕਸ਼ਨ ਲੈ ਲਿਆ ਗਿਆ, ਲੇਕਿਨ ਉਹ ਆਰਟਿਸਟ ਜਿਨ੍ਹਾਂ ਨੇ ਇਸ ਨੂੰ ਲਿਖਿਆ, ਰਾਈਟਰ, ਔਰ ਜਿਨ੍ਹਾਂ ਨੇ ਉਹਨਾਂ ਨੂੰ ਗਾਇਆ, ਉਹਨਾਂ ਦੇ ਬਾਰੇ ਕੀ ਖਿਆਲ ਹੈ, ਉਹਨਾਂ ਨੂੰ ਕਿਉਂ ਨਹੀਂ ਬੁਲਾਇਆ ਗਿਆ, ਉਹਨਾਂ ਤੇ ਐਕਸ਼ਨ ਕਿਉਂ ਨਹੀਂ ਕਰਿਆ ਗਿਆ। ਮੈਂ ਕੱਲ ਰਾਤ ਦੇਖਿਆ ਨੇ ਫੇਸਬੁੱਕ ਤੇ ਕਾਫੀ ਆਰਟਿਸਟਾਂ ਨੇ ਨਵੇਂ ਗੀਤ ਆ ਰਹੇ ਨੇ ਹਥਿਆਰਾਂ ਦੀਆਂ ਸਟੋਰੀਆਂ ਪਾਈਆਂ ਨੇ, ਉਹਨਾਂ ਨੇ ਇੰਸਟਾ ਤੇ ਉੱਤੇ ਰੀਲਾਂ ਬਣਾਈਆਂ ਨੇ, ਕਿਉਂਕਿ ਜਿਹੜਾ ਆਲਰੇਡੀ ਡਾਟਾ ਆ ਚੁੱਕਾ ਇੰਡਸਟਰੀ 'ਚ, ਉਹਨਾਂ ਨੂੰ ਤੁਸੀਂ YouTube ਤੇ ਕਦੋਂ ਡਿਲੀਟ ਮਾਰੋਗੇ, ਹੈਨਾ। ਅਗਰ ਕੋਈ ਵੀ ਤੁਹਾਨੂੰ ਲੱਗਦਾ ਕਿ ਸਾਡੇ ਪੰਜਾਬ ਦੇ ਅੰਗੇਸਟ ਜਾਂ ਤੁਹਾਡੇ ਜਿਹਦੇ ਨਾਲ ਸਮਾਜਿਕ ਭਾਵਨਾਵਾਂ ਭੜਕਦੀਆਂ ਨੇ, ਭਾਵੇਂ ਧਾਰਮਿਕ ਹੋਵੇ, ਕਲਚਰਲ ਹੋ, ਕੁਝ ਵੀ, ਉਸੇ ਟਾਈਮ YouTube ਤੋਂ ਵੀਡੀਓ ਡਿਲੀਟ ਮਰਵਾ ਦਿੱਤੀ ਜਾਂਦੀ ਆ। ਸੋ ਜਿਹੜੀਆਂ ਰੀਲਾਂ ਉਹਨਾਂ ਕਲਾਕਾਰਾਂ ਦੀਆਂ ਆ ਚੁੱਕੀਆਂ ਨੇ, ਗਾਣੇ ਆ ਚੁੱਕੇ ਨੇ, ਪਹਿਲਾਂ ਮੈਂ ਇਹ ਕਹਾਂਗੀ ਕਿ ਪਹਿਲਾਂ ਉਹ ਗਾਣੇ ਡਿਲੀਟ ਕੀਤੇ ਜਾਣ YouTube ਤੋਂ, ਕਿਉਂਕਿ ਛੋਟੇ ਛੋਟੇ ਬੱਚਿਆਂ ਤੇ FIR ਲੋਕਾਂ ਤੇ ਕਰਨ ਨਾਲ ਇਹ ਨਹੀਂ ਹੋਣੀ, ਹੈਨਾ। ਔਰ ਇੱਕ ਬੱਚਾ ਸਿਰਫ ਟॉय ਨਾਲ ਖਿਡੌਣੇ ਨਾਲ ਖੇਡ ਰਿਹਾ, ਉਹਦੇ ਖਿਲਾਫ ਐਕਸ਼ਨ ਪਤਾ ਵੀ ਨਹੀਂਗਾ ਕਿ ਗਨ ਕੀ ਆ, ਅਗਰ ਉਹਨੇ ਫੋਟੋ ਪਾਤੀ ਹੈ, ਉਹਦੇ ਤੇ ਰੀਲ ਬਣਾਤੀ, ਤਾਂ ਉਹਦੇ ਤੇ ਤੁਸੀਂ ਐਕਸ਼ਨ ਲੈ ਰਹੇ ਹੋ, ਬਟ ਜਿਨ੍ਹਾਂ ਨੂੰ ਸਾਰੀ ਸਮਝ ਆ ਉਹ ਗਾ ਵੀ ਰਹੇ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ, ਉਹਨਾਂ ਤੇ ਐਕਸ਼ਨ ਕਿਉਂ ਨਹੀਂ, ਉਹਨਾਂ ਤੇ ਕਿਉਂ ਨਹੀਂ ਹੈ। ਔਰ ਇਹ ਪਿਛਲੀ ਸਰਕਾਰ ਦੇ ਵਿੱਚ ਵੀ ਇਹ ਮੁੱਦੇ ਉੱਠੇ ਸੀ, ਹੁਣ ਜਿਹੜੀ ਪ੍ਰੈਜ਼ੈਂਟਲੀ ਸਰਕਾਰ ਹੈ ਇਹਦੇ ਵਿੱਚ ਵੀ ਉੱਠ ਰਹੇ ਨੇ, ਪਰ ਰਿਕੁਐਸਟ ਇਹੀ ਹੈ ਸਾਡੀ ਗਵਰਨਮੈਂਟ ਨੂੰ ਕਿ ਤੁਸੀਂ ਇਹ ਜਾਰੀ ਤਾਂ ਕਰ ਦਿੱਤੀ ਹੈ, ਪਰ ਸਭ ਤੋਂ ਪਹਿਲਾਂ ਉਹ ਲੋਕ ਜਿਹੜੇ ਚੈਨਲਾਂ ਤੇ ਗਾਣੇ ਚੱਲਦੇ ਨੇ, ਜਿਹੜੇ ਡੀਜਿਆਂ ਤੇ ਚੱਲਦੇ ਨੇ, ਉਹ ਸਾਡੀਆਂ ਗੱਲਾਂ ਹੋ ਸਕਦੀਆਂ ਕਿਸੇ ਨੂੰ ਚੁੱਭ ਵੀ ਸਕਦੀਆਂ ਨੇ, ਪਰ ਇਹ ਸੱਚਾਈ ਆ, ਕਿਉਂਕਿ ਸਾਰੇ ਹੀ ਮੈਂ ਇੱਕ ਆਮ ਪਬਲਿਕ ਬਣ ਕੇ ਗੱਲ ਕਰ ਰਹੀ ਹਾਂ ਕਿ ਇੱਕ ਆਮ ਬੱਚੇ ਤੇ ਕੇਸ ਕਰਨ ਨਾਲੋਂ ਚੰਗਾ ਹੈ ਤੁਸੀਂ ਉਹਨਾਂ ਨੂੰ ਬੁਲਾਓ, ਉਹਨਾਂ ਦੇ ਗਾਣੇ ਜਦ ਤੱਕ ਡਿਲੀਟ ਨਹੀਂ ਵੱਜਣਗੇ ਉਹ ਅੱਗੇ ਗਾਉਣ ਦੀ ਹਿੰਮਤ ਨਹੀਂ ਕਰਨਗੇ, ਰਾਈਟਰ ਲਿਖਣ ਦੀ ਹਿੰਮਤ ਨਹੀਂ ਕਰਨਗੇ। ਇਹ ਵਾਰਨਿੰਗ ਜਿਹੜੀ ਹੈ ਇਹ ਪਹਿਲਾਂ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਜਿੰਨਾ ਤੋਂ ਇਹ ਕੰਮ ਸ਼ੁਰੂ ਹੋਇਆ। ਮਤਲਬ ਕਿ ਪਹਿਲਾਂ ਜੜ ਫੜਨੀ ਚਾਹੀਦੀ ਹੈ। ਅਸੀਂ ਇਹ ਕਹਿ ਦਿੰਨੇ ਆ ਕਿ ਠੀਕ ਹੈ ਜੋ ਅੱਜ ਕੱਲ ਕਰ ਰਿਹਾ, ਹੋ ਸਕਦਾ ਉਹਨਾਂ ਨੂੰ ਤਾਂ ਸਮਝ ਵੀ ਨਹੀਂ ਹੈਗੀ। ਔਰ ਤੁਸੀਂ ਭਗਵੰਤ ਮਾਨ ਸਾਹਿਬ ਹੋਣਾ ਨਾਲ ਪਹਿਲਾਂ ਬਹੁਤ ਕੰਮ ਵੀ ਕੀਤਾ ਹਨਾ, ਅੱਜ ਉਹ CM ਆ, ਤਾਂ ਤੁਹਾਨੂੰ ਲੱਗਦਾ ਆ ਕਿ ਐਜ਼ ਅ CM ਹੋਣ ਦੇ ਨਾਤੇ ਉਹਨਾਂ ਨੂੰ ਕੁਝ ਨਾ ਕੁਝ ਇਸ ਦੇ ਵਾਸਤੇ ਕਰਨਾ ਚਾਹੀਦਾ ਹੈ? ਬਿਲਕੁਲ, ਕਿਉਂਕਿ ਉਮੀਦਾਂ ਜ਼ਿਆਦੀਆਂ ਵੱਧ ਗਈਆਂ, ਕਿਉਂਕਿ ਅਸੀਂ ਭਗਵੰਤ ਜੀ ਔਰ ਜੱਗੀ ਜੀ, ਅਸੀਂ ਕਰਮਜੀਤ ਅਨਮੋਲ, ਅਸੀਂ ਸਾਰੇ ਇੱਕੋ ਹੀ ਸ਼ੁਰੂਆਤ ਹੋਈ ਸੀ, ਅਸੀਂ ਇਕੱਠੇ ਹੀ ਆਏ ਆ। ਭਗਵੰਤ ਮਾਨ ਜੀ ਦੇ ਨਾਲ, ਜੱਗੀ ਜੀ ਦੇ ਨਾਲ, ਅਸੀਂ ਤਿੰਨਾਂ ਨੇ ਇਕੱਠਿਆਂ ਨੇ ਬਹੁਤ ਕੰਮ ਕੀਤਾ, ਸਕਿੱਟਾਂ ਕੀਤੀਆਂ ਨੇ, ਸ਼ੂਟਿੰਗ ਕੀਤੀਆਂ ਨੇ, ਕੰਮ ਫਿਲਮਾਂ 'ਚ ਕੀਤਾ। ਔਰ ਜਦੋਂ CM ਬਣੇ ਸੀ ਬੜੀ ਖੁਸ਼ੀ ਹੋਈ ਸੀ ਸਾਨੂੰ ਕਿ ਚਲੋ ਸਾਡੇ ਸਾਥੀ ਕਲਾਕਾਰ ਨੇ, ਹਨਾ, ਚਲੋ CM ਬਾਅਦ 'ਚ ਨੇ। ਔਰ ਅੱਜ ਅਸੀਂ ਤੇ ਇਹੀ ਕਵਾਂਗੇ, ਰਿਕੁਐਸਟ ਵੀ ਕਰਾਂਗੇ ਕਿ ਉਹਨਾਂ ਨੂੰ, CM ਸਾਹਿਬ ਨੂੰ, ਕਿ ਪਲੀਜ਼ ਤੁਸੀਂ ਇਸ ਚੀਜ਼ ਬਾਰੇ ਧਿਆਨ ਦਿਓ, ਕਿਉਂਕਿ ਤੁਸੀਂ ਇਹ ਜਾਰੀ ਕੀਤਾ ਤੇ ਪਰ ਇਹਦੇ ਤੇ ਜਿਹੜਾ ਇਹ ਸਖਤਾਈ ਦੇ ਨਾਲ ਕਾਨੂੰਨ ਬਣਾਓ, ਇਹਨੂੰ ਲਾਗੂ ਕਰੋ ਚੀਜ਼ ਨੂੰ, ਕਿ ਹਥਿਆਰਾਂ ਵਾਲੇ ਗੀਤ ਕਲਾਕਾਰ ਵੀ ਨਹੀਂ ਗਾਉਣਗੇ, ਅਗਰ ਉਹ ਗਾਉਣਗੇ ਤੇ ਉਹਨਾਂ ਤੋਂ ਵੀ ਉਹਨਾਂ ਐਕਸ਼ਨ ਲਿਆ ਜਾਏਗਾ। ਅਸੀਂ ਤਾਂ ਇਹੀ ਉਮੀਦ ਕਰਦੇ ਹਾਂ। ਬਿਲਕੁਲ, ਕਿਉਂਕਿ ਅਸੀਂ ਮੋਸਟਲੀ ਰਾਕੀ ਦੇਖਦੇ ਕਿ ਜਦੋਂ ਕੋਈ ਗੀਤ ਆਉਂਦਾ ਹੈ ਨਾ, ਤਾਂ ਉਸ ਗੀਤ ਦੇ ਉੱਤੇ ਕਈ ਵਾਰੀ ਜਿੱਦਾਂ ਜੇ ਹੁਣ ਆਪਾਂ SYL ਗੀਤ ਦੀ ਗੱਲ ਕਰੀਏ ਤਾਂ ਅਸੀਂ ਦੇਖਿਆ ਸੀ ਕਿ ਉਸ ਗੀਤ ਨੂੰ ਹੀ YouTube ਤੋਂ ਡਿਲੀਟ ਕਰਵਾ ਦਿੱਤਾ ਗਿਆ। ਪਰ ਆਈ ਥਿੰਕ ਕਿਉਂਕਿ ਉਹਨਾਂ ਨੂੰ ਮੇਬੀ ਕਿਤੇ ਨਾ ਕਿਤੇ ਅਸੀਂ ਇਹ ਵੀ ਕਹਿ ਸਕਦੇ ਕਿ ਉਹਨਾਂ ਨੂੰ ਕੋਈ ਡਰ ਸੀਗਾ, ਇਹ ਬਚਾਏ ਉਹਨੂੰ ਕਿ ਆਡੀਅנס ਨੂੰ, ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ ਇਸ ਮੁੱਦੇ ਬਾਰੇ ਪਤਾ ਲੱਗਿਆ। ਸੋ ਇਹ ਗੀਤ ਡਿਲੀਟ ਕਰਵਾ ਦਿੱਤਾ ਗਿਆ। ਜਦੋਂ ਹਥਿਆਰਾਂ ਦੀ ਗੱਲ ਹੁੰਦੀ ਹੈ ਉਦੋਂ ਉਹ ਗੀਤਾਂ ਨੂੰ ਕਿਉਂ ਨਹੀਂ? ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜਸਮੀਤ ਜੀ, ਕਿ ਅਗਰ ਉਸ ਗੀਤ 'ਚ ਇਹ ਲੱਗਦਾ ਸੀ ਕਿ ਇਹ ਗੀਤ ਦੇ ਨਾਲ ਮਾਹੌਲ ਖਰਾਬ ਹੋ ਸਕਦਾ ਹੈ, ਇਹ ਗਲਤ ਹੈ, ਤਾਂ ਫਿਰ ਇਹ ਤਾਂ ਸ਼ਰੇਆਮ ਮੁੱਦਾ ਉੱਠ ਰਿਹਾ ਨਾ, ਇਹਦੇ ਨਾਲ ਤਾਂ ਲੋਕ ਮਰ ਰਹੇ ਨੇ, ਇਹਦੇ ਨਾਲ ਆਰਟਿਸਟਾਂ ਤੇ ਹਮਲੇ ਹੋ ਰਹੇ ਨੇ, ਹਥਿਆਰਾਂ ਦੇ ਨਾਲ ਕਬੱਡੀ ਖਿਡਾਰੀ ਮਰ ਰਹੇ ਨੇ, ਸ਼ਰੇਆਮ ਜਿਹੜਾ ਲੋਕਾਂ ਦਾ ਕਤਲੇਆਮ ਹੋ ਰਿਹਾ। ਸੋ ਇਹਦੇ ਵਿੱਚ ਜ਼ਿੰਮੇਵਾਰ ਸਿੱਧੇ ਤੌਰ ਤੇ ਪਹਿਲਾਂ ਆਰਟਿਸਟ ਨੇ, ਬਾਅਦ 'ਚ ਉਹ ਦਰਸ਼ਕ ਵੀ ਨੇ ਜਿਹੜੇ ਇਹਨਾਂ ਨੂੰ ਪ੍ਰਮੋਟ ਕਰਦੇ ਨੇ, ਠੀਕ ਹੈ, ਉਸ ਤੋਂ ਬਾਅਦ ਉਹਨਾਂ ਤੇ ਕਰੋ ਤੁਸੀਂ। ਪਰ ਸਭ ਤੋਂ ਪਹਿਲਾਂ ਸਮਝਣ ਦੀ ਲੋੜ ਇਹ ਹੈ ਕਿ ਉਹ ਗੱਲ ਤੁਹਾਡੀ ਵੀ ਜੜ ਨੂੰ ਪਹਿਲਾਂ ਫੜਨਾ ਪੈਣਾ। ਰਾਈਟਰ, ਸਿੰਗਰ ਐਂਡ ਜਿਹੜੇ ਗਾਣੇ ਨੂੰ ਪ੍ਰਮੋਟ ਕਰਦੇ ਨੇ ਚੈਨਲਸ,
ਉਹਨਾਂ ਤੇ ਜਾ ਕੇ ਇਹਨਾਂ ਨੂੰ ਬੰਦ ਕੀਤਾ ਜਾਵੇ, ਗਾਣੇ ਡਿਲੀਟ ਮਾਰੇ ਜਾਣ, ਆਡੀਓ ਡਿਲੀਟ ਮਾਰੀ ਜਾਵੇ, ਤਾਂ ਕਿ ਉਹ ਗੀਤ ਲੋਕਾਂ ਨੂੰ ਫਿਰ ਲੱਭਣ। ਜੇ ਗੀਤ ਹੀ ਨਾ ਹੋਊਗਾ ਤੇ ਰੀਲਸ ਵੀ ਕਿੱਦਾਂ ਬਣਨਗੀ? ਬਿਲਕੁਲ ਬਿਲਕੁਲ। ਤੇ ਮੈਂ ਚਾਹਾਂਗੀ ਕਿ ਹੁਣ ਇੱਕ ਗੀਤ ਤੋਂ ਸ਼ੁਰੂਆਤ ਹੋ ਜਾਵੇ। ਬਿਲਕੁਲ ਜੀ, ਗੀਤ ਆਇਆ ਸੀ ਪਿੱਛੇ ਜੀ, ਮੇਰਾ ਲੋਕ ਤੱਤ ਸੀਗਾ ਨੰਗ ਬੰਦਾ। ਸੋ ਇਹ ਗੀਤ ਵੀ ਕਾਫੀ ਵਧੀਆ ਰਿਹਾ, ਸਪੀਡ ਦੇ ਵਿੱਚ ਰਿਲੀਜ਼ ਹੋਇਆ ਸੀ। ਇਹਦੇ ਗੀਤ ਦੇ ਵਿੱਚ ਜਿਹੜੀਆਂ ਲਾਈਨਾਂ ਸੀ ਪਵਨ ਚੋਟੀਆ ਉਹਨਾਂ ਨੇ ਲਿਖੀਆਂ ਸੀ। ਸੋ ਉਹ ਗੀਤ ਦੀਆਂ ਲਾਈਨਾਂ ਮੈਨੂੰ ਬੜੀਆਂ ਪਸੰਦ ਸੀ। ਜਦੋਂ ਮੈਨੂੰ ਗੀਤ ਆਏ, ਇੱਕ ਨਵੇਂ ਸਾਲ ਦਾ ਪ੍ਰੋਗਰਾਮ ਹੋਇਆ ਸੀ, ਉਹਦੇ ਵਿੱਚ ਸਭ ਨੇ ਕਮਰਸ਼ੀਅਲ ਗੀਤ ਚੁਣੇ, ਪਵਨ ਦੇ ਲਿਖੇ ਹੋਏ ਗਾਣੇ ਸੀ। ਕਿਸੇ ਨੇ ਨੱਚਣ ਟੱਪਣ ਵਾਲਾ, ਕਿਸੇ ਨੇ ਕੋਈ। ਸੋ ਮੈਨੂੰ ਉਹਨਾਂ ਨੂੰ ਮੇਰਾ ਜ਼ੋਨ ਪਤਾ ਸੀ। ਉਹਨਾਂ ਨੇ ਮੈਨੂੰ ਜਦੋਂ ਭੇਜਿਆ ਕਿ ਮੈਮ ਗਾਣਾ, ਮੈਂ ਕਿਹਾ ਵਧੀਆ ਜਿਹਾ ਲੋਕ ਤੱਤ ਚਾਹੀਦਾ, ਕਿਉਂਕਿ ਜੇ ਤੁਸੀਂ ਸਭ ਤੋਂ ਅਲੱਗ ਦਿਸਣਾ ਹੈ ਨਾ, ਤੇ ਫਿਰ ਉਹਨਾਂ ਚੋਂ ਇੱਕ ਗੀਤ ਮੇਰਾ ਸੀ ਨੰਗ ਬੰਦਾ। ਸੋ ਇਹ ਗੀਤ ਜਦੋਂ ਗਾਇਆ ਤੇ ਕਈਆਂ ਨੂੰ ਚੁਭਿਆ ਵੀ, ਕਈਆਂ ਨੇ ਸ਼ੇਅਰ ਬਹੁਤ ਕੀਤਾ। ਸੋ ਸੱਚੀਆਂ ਗੱਲਾਂ ਸੀਗੀਆਂ। ਫੁਕਰਾ ਕਰੂਗਾ ਸਦਾ ਗੱਲ ਫੁਕਰੀ, ਹਰ ਗੱਲ ਜਾਂਦਾ ਏ ਜ਼ਬਾਨੋਂ ਮੁਕਰੀ। ਫੁਕਰਾ ਕਰੂਗਾ ਸਦਾ ਗੱਲ ਫੁਕਰੀ, ਹਰ ਗੱਲ ਜਾਂਦਾ ਏ ਜ਼ਬਾਨੋਂ ਮੁਕਰੀ। ਚੰਗਿਆਂ ਕੰਮਾਂ ਨੂੰ ਸਦਾ ਰਹੇ ਟੋਕਦਾ। ਇੱਕ ਬੰਦਾ ਹੁੰਦਾ ਜਿਹੜਾ ਚੰਗੇ ਕੰਮਾਂ ਨੂੰ ਅੱਗੇ ਵਧਣ ਨਹੀਂ ਦਿੰਦਾ। ਚੰਗਿਆਂ ਕੰਮਾਂ ਨੂੰ ਸਦਾ ਰਹੇ ਟੋਕਦਾ। ਨੰਗ ਬੰਦਾ ਪਿੰਡ ਦੀ ਤਰੱਕੀ ਰੋਕਦਾ। ਮਾੜਾ ਬੰਦਾ ਪਿੰਡ ਦੀ ਤਰੱਕੀ ਰੋਕਦਾ। ਹੋ ਖਾੜਾ ਨਾ ਲਵਾਈਏ ਐਸੇ ਕਲਾਕਾਰ ਦਾ, ਖਾੜਾ ਨਾ ਲਵਾਈਏ ਐਸੇ ਕਲਾਕਾਰ ਦਾ। ਗੀਤਾਂ 'ਚ ਗੋਲੀ ਨਾ ਜਿਹੜਾ ਬੰਦੇ ਮਾਰਦਾ। ਖਾੜਾ ਨਾ ਲਵਾਈਏ ਐਸੇ ਕਲਾਕਾਰ ਦਾ। ਗੀਤਾਂ 'ਚ ਗੋਲੀ ਨਾ ਜਿਹੜਾ ਬੰਦੇ ਮਾਰਦਾ। ਨੈਟ ਦੇ ਸਟਾਰ ਤੋਂ ਨਹੀਂ ਪੈਸਾ ਵਾਰੀਦਾ। ਨੈਟ ਦੇ ਸਟਾਰ ਤੋਂ ਨਹੀਂ ਪੈਸਾ ਵਾਰੀਦਾ। ਸਟੇਜ ਉੱਤੇ ਪਤਾ ਲੱਗੇ ਕਲਾਕਾਰੀ ਦਾ। ਸਟੇਜ ਉੱਤੇ ਪਤਾ ਲੱਗੇ ਕਲਾਕਾਰੀ ਦਾ। ਵਾਹ ਜੀ ਵਾਹ। ਔਰ ਵਾਕਈ ਇਹ ਸੱਚੀਆਂ ਗੱਲਾਂ ਆ, ਕਿਉਂਕਿ ਅਸੀਂ ਮੋਸਟਲੀ ਸਿੰਗਰ ਦੇਖਦੇ ਆ ਕਿ ਇੱਕ ਅੱਧਾ ਗੀਤ ਆ ਜਾਂਦਾ ਜਾਂ ਰਾਤੋਂ ਰਾਤ ਸਟਾਰ ਬਣ ਜਾਂਦੇ, ਪਰ ਉਹਨਾਂ ਨੂੰ ਗੀਤ ਦਾ ਜਿਹੜਾ ਸੁਰਾਂ ਦਾ ਨਹੀਂ ਪਤਾ ਹੁੰਦਾ, ਔਰ ਅਸਲੀ ਜਿਹੜੀ ਗਾਇਕੀ ਹੈ ਜਾਂ ਪਰਫਾਰਮੈਂਸ ਸਟੇਜ ਤੇ ਪਤਾ ਲੱਗਦੀ ਹੈ। ਬਿਲਕੁਲ। ਔਰ ਤਾਂ ਹੀ ਫਿਰ ਅਸੀਂ ਕਈ ਸਿੰਗਰ ਇਦਾਂ ਦੇ ਵੀ ਦੇਖਦੇ ਆ, ਸਿਰਫ ਲਿਪਸਿੰਗ ਕਰ ਰਹੇ ਹੁੰਦੇ, ਪਿੱਛੇ ਡੀਜੇ ਚੱਲ ਰਿਹਾ ਹੁੰਦਾ ਹੈ। ਔਰ ਵਾਕਈ ਕਿਉਂਕਿ ਅੱਜ ਕੱਲ ਪਤਾ ਨਹੀਂ, ਫਿਰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਦਰਸ਼ਕਾਂ ਦਾ ਕਿਤੇ ਵੀ ਕਿਤੇ ਨਾ ਕਸੂਰ ਆ, ਕਿਉਂਕਿ ਜੇ ਅਸੀਂ ਵਾਕਿਆ ਚ ਹੀ ਉਹਨਾਂ ਦੇ ਅਖਾੜੇ ਨਹੀਂ ਲਵਾਵਾਂਗੇ, ਨਹੀਂ ਉਹਨਾਂ ਨੂੰ ਸ਼ੋਅ ਦੇਵਾਂਗੇ, ਤਾਂ ਉਹ ਵਾਕਿਆ ਦੇ ਵਿੱਚ ਹੀ ਕੁਝ ਨਾ ਕੁਝ ਚੰਗਾ ਗਾਣਗੇ, ਹਨਾ। ਜੇ ਅਸੀਂ ਚੰਗਾ ਸੁਣਾਂਗੇ ਤਾਂ ਓਬਵੀਅਸ ਜੀ ਗੱਲ ਆ ਕਿ ਜਿਹੜਾ ਇੱਕ ਸਿੰਗਰ ਆ ਉਹ ਚੰਗਾ ਹੀ ਪਰੋਸੇਗਾ, ਕਿਉਂਕਿ ਉਹਨੂੰ ਇੱਕ ਵਾਰੀ ਅਗਰ ਅਸੀਂ ਉਹਨਾਂ ਨੂੰ ਸਟੇਜ ਤੇ ਇਸ ਚੀਜ਼ ਲਈ ਸਬਕ ਸਿਖਾਵਾਂਗੇ ਮਾੜਾ ਗਾਉਣ ਲਈ, ਜਾਂ ਕਿਉਂਕਿ ਮੈਂ ਵੇਖਿਆ ਅਕਸਰ ਆਰਟਿਸਟ ਜਿਹੜੇ ਨੇ ਜਿਨ੍ਹਾਂ ਦਾ, ਜਿਵੇਂ ਨੈਟ ਦੀ ਸਟਾਰ ਦੀ ਆਪਾਂ ਗੱਲ ਕਰਦੇ ਹਾਂ, ਕਈ ਸਿੰਗਰ ਵੀ ਨਹੀਂ ਹੁੰਦੇ, ਵੈਸੇ ਹੀ ਵਾਇਰਲ ਹੋ ਕੇ ਸਟਾਰ ਬਣੇ ਹੁੰਦੇ ਨੇ, ਤੇ ਉਹਨਾਂ ਨੂੰ ਵੱਡੇ ਵੱਡੇ ਸ਼ੋਆਂ ਤੇ ਬੁਲਾਇਆ ਜਾਂਦਾ, ਕਿਉਂਕਿ ਨਾ ਉਹ ਗਾਉਂਦੇ ਹੁੰਦੇ ਆ, ਨਾ ਉਹਨਾਂ ਨੂੰ ਐਕਟਿੰਗ ਆਉਂਦੀ ਹੁੰਦੀ ਆ। ਤੇ ਅਗਰ ਅਸੀਂ ਉਹਨਾਂ ਨੂੰ ਇਹ ਚੀਜ਼ ਸਮਝਾਵਾਂਗੇ, ਦਰਸ਼ਕ ਸਮਝਾਉਣਗੇ ਵੀ ਭਾਈ ਪਹਿਲਾਂ ਜਾਓ ਥੋੜਾ ਸਿੱਖ ਕੇ ਆਓ, ਜਾਂ ਪਹਿਲਾਂ ਤੁਸੀਂ ਇਸ ਤਰ੍ਹਾਂ ਸਿਰਫ ਮੈਂ ਇਹ ਕਹਾਂਗੀ ਕਿ ਇੱਕ ਆਮ ਇਨਸਾਨ ਅਗਰ ਬਣ ਕੇ ਮੈਂ ਗੱਲ ਕਵਾਂ, ਅਗਰ ਮੇਰੇ ਨਾਲ ਮੈਨੂੰ ਕਿਸੇ ਨੂੰ ਬੁਲਾਉਣਾ ਪਵੇ ਤੇ ਮੈਂ ਆਬਵੀਅਸਲੀ 4 ਵਾਰੀ ਸੋਚਾਂਗੀ, ਤੇ ਅਗਰ ਮੈਂ ਇਹ ਸੋਚ ਕੇ ਬੁਲਾਉਂਗੀ ਨਹੀਂ ਬੱਲੇ ਬੱਲੇ ਲੋਕ ਪਿੰਡ ਚ ਕਹਿਣਗੇ ਫਲਾਣੇ ਸਟਾਰ ਨੂੰ ਬੁਲਾਇਆ, ਅਸੀਂ ਇੰਨੇ ਲੱਖ ਦਿੱਤਾ, ਇਹ ਰਿਐਲਿਟੀ ਆ। 5 ਲੱਖ ਦੇ ਕੇ ਬੁਲਾਇਆ, ਮੈਂ 6 ਲੱਖ ਦਿੱਤਾ, ਲੈ ਉਹਨਾਂ ਨੇ ਬੁਲਾਇਆ ਸੀ, ਉਹਨੇ ਤਾਂ 2 ਲੱਖ ਹੀ ਲਿਆ ਸੀ। ਇੱਕ ਜਿਹੜਾ ਟਕਰਾਵ ਹੈ ਨਾ, ਇੱਕ ਦਿਖਾਵਾ ਜਿਹੜਾ, ਉਹੀ ਸਾਡੇ ਸਮਾਜ ਨੂੰ ਲੈ ਕੇ ਬੈਠ ਰਿਹਾ, ਕਿਉਂਕਿ ਸਾਡੇ ਹੁਣ ਵੀ ਪੰਜਾਬ ਦੇ ਵਿੱਚ ਕਿਤੇ ਵੀ ਲਾ ਲਓ ਵਿਖਾਵਾ ਹੈ ਨਾ ਜਿਹੜਾ, ਵਿਆਹ ਸ਼ਾਦੀਆਂ ਤੇ ਅਸਲੀ ਕਰਜ਼ਦਾਰ ਹੀ ਜਦੋਂ ਇਨਸਾਨ ਹੋ ਰਿਹਾ ਨਾ, ਇਹਨਾਂ ਵਿਖਾਵਿਆਂ ਕਰਕੇ ਹੋ ਰਿਹਾ। ਅਗਰ ਇਹ ਸਿੰਪਲੀ ਤਰੀਕੇ ਨਾਲ ਸਾਰਾ ਕੁਝ ਹੋਵੇ, ਸਿੰਪਲ ਵੇਖ ਕੇ ਚੱਲਿਆ ਜਾਵੇ, ਔਰ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਸੋਚ ਕੇ ਇਸ ਚੀਜ਼ ਨੂੰ ਰੱਖਿਆ ਜਾਵੇ ਵੀ ਅਸੀਂ ਏਦਾਂ ਹੀ ਕਰਨਾ ਹੈ, ਤੇ ਕੋਈ ਕਿਸਾਨ ਵੀ ਕਰਜ਼ੇ ਥੱਲੇ ਨਾ ਆਵੇ। ਕਿਉਂਕਿ ਅਸੀਂ ਅਕਸਰ ਦੇਖਦੇ ਕਿ ਅੱਛਾ ਫਲਾਣੇ ਬੰਦੇ ਨੇ ਇਦਾਂ ਕੀਤਾ, ਜਾਂ ਮੈਂ ਕਿਉਂ ਪਿੱਛੇ ਰਹਾਂ, ਮੈਂ ਉਸ ਤੋਂ ਅੱਗੇ ਹੋਣਾ, ਚਾਹੇ ਸਾਡੇ ਤੇ ਕਿੰਨਾ ਵੀ ਕਰਜ਼ਾ ਕਿਉਂ ਨਾ ਜਾਏ। ਅਸੀਂ ਇਹ ਨਹੀਂ ਸੋਚਦੇ ਕਿ ਜੇ ਅਸੀਂ ਕਰਜ਼ਾ ਲੈ ਰਹੇ ਤਾਂ ਉਤਾਰਨਾ ਵੀ ਤਾਂ ਅਸੀਂ, ਫਿਰ ਬਾਅਦ ਚ ਅਸੀਂ ਖੁਦਕੁਸ਼ੀਆਂ ਵਾਲੇ ਸਟੈਪ ਚੱਕਦੇ ਹਾਂ, ਜੋ ਕਿ ਗਲਤ ਹੈ। ਮੈਂ ਹਮੇਸ਼ਾ ਇਹ ਗੱਲ ਕਹਿਣੀ ਹੁੰਦੀ ਆ ਕਿ ਅੱਜ ਕੱਲ ਜਿਹੜਾ ਮਾਹੌਲ ਹੈ, ਫਿਰ ਵਿਆਹ ਸ਼ਾਦੀ ਚ ਅਸੀਂ ਦੇਖਦੇ ਹਾਂ ਹਨਾ ਕਿੰਨਾ ਖਰਚਾ। ਪਹਿਲੀ ਗੱਲ ਤਾਂ ਕੁੜੀਆਂ ਦੇ ਹੀ ਇੰਨੇ ਜ਼ਿਆਦਾ, ਮੈਂ ਇਹ ਕਹਾਂਗੀ ਕਿ ਕੁੜੀਆਂ ਵੀ ਜੇ ਚਾਹਣ ਨਾ ਤੇ ਆਪਣੇ ਮਾਪਿਓ ਦੀ ਬੜੀ ਹੈਲਪ ਕਰ ਸਕਦੀਆਂ, ਕਿਉਂਕਿ ਇੱਕ ਸਿੰਪਲ ਤਰੀਕੇ ਦੇ ਨਾਲ ਤੁਸੀਂ ਅਗਰ ਇੱਕ ਬਿਊਟੀਸ਼ੀਅਨ ਦੇ ਉਹ ਕਹਿੰਦੀ ਕਿ ਮੈਂ ਜੀ 50,000 ਮੇਕਅਪ ਦਾ ਦਿੱਤਾ, ਤੇ ਦੂਜੇ
ਦੂਜੇ ਨੇ ਕਹਿਣਾ ਮੈਂ ਲੱਖ ਦੇ ਕੇ ਆਈ ਆ, ਮੇਰਾ ਲਹਿੰਗਾ ਇੰਨੇ ਦਾ ਸੀ, ਮੇਰਾ ਮੇਕਅਪ ਇੰਨੇ ਦਾ ਸੀ। ਬਿਲਕੁਲ। ਔਰ ਅੱਜ ਕੱਲ ਮੈਨੂੰ ਲੱਗਦਾ ਕ੍ਰੇਜ਼ ਵੀ ਸਭ ਤੋਂ ਜ਼ਿਆਦਾ ਇਸੇ ਚੀਜ਼ ਦਾ ਹੁੰਦਾ ਹੈ ਕਿ ਮੈਂ ਜਾਣਾ ਹੀ ਆ ਤੇ ਮਤਲਬ ਮੇਰਾ ਲਹਿੰਗਾ ਸਭ ਤੋਂ ਬੈਸਟ ਹੋਣਾ ਚਾਹੀਦਾ, ਫਿਰ ਅਸੀਂ ਪੈਸਿਆਂ ਦੀ ਪਰਵਾਹ ਨਹੀਂ ਕਰਦੇ। ਕਿਉਂਕਿ ਜੇ ਦੇਖਿਆ ਜਾਵੇ ਤਾਂ ਉਹ ਇੱਕ ਦਿਨ ਆ ਸਾਡੇ ਵਾਸਤੇ ਸਪੈਸ਼ਲ ਦਿਨ ਆ, ਉਹ ਜ਼ਰੂਰੀ ਨਹੀਂ ਕਿਉਂਕਿ ਸਾਡੇ ਵਾਸਤੇ ਸਪੈਸ਼ਲ ਆ, ਅਸੀਂ ਉਹ ਕੱਪੜੇ ਸਾਨੂੰ ਪਤਾ ਆ ਕਿ ਸਾਨੂੰ ਹੀ ਸਭ ਨੇ ਦੇਖਣਾ ਪਸੰਦ ਕਰਨਾ ਹੈ, ਸੋ ਅਸੀਂ ਸਿੰਪਲ ਰਹਿ ਕੇ ਵੀ ਉਸ ਚੀਜ਼ ਨੂੰ ਕਰ ਸਕਦੇ। ਕਿ ਜੇਕਰ ਅਸੀਂ ਆਪਣੀ ਚਾਦਰ ਵੇਖ ਕੇ ਚੱਲਦੇ ਨਾ, ਤੁਹਾਡੇ ਮਾਪੇ ਬੱਚਿਆਂ ਤੇ ਵੀ ਡਿਪੈਂਡ ਕਰਦਾ, ਕਦੇ ਵੀ ਕਰਜ਼ੇ ਥੱਲੇ ਨਹੀਂ ਆ ਸਕਦਾ ਅਗਰ ਬੱਚੇ ਇਸ ਚੀਜ਼ ਨੂੰ ਸਮਝ ਲੈਣ ਨਾ ਕਿ ਅਸੀਂ ਕਿਵੇਂ ਚੱਲਣਾ। ਕਿਉਂਕਿ ਕੋਈ ਜ਼ਰੂਰੀ ਨਹੀਂ ਹੈ ਕਿ ਮਹਿੰਗੇ ਮਹਿੰਗੇ ਬ੍ਰਾਂਡ ਪਾ ਕੇ ਹੀ ਤੁਸੀਂ ਸ਼ੋਅ ਅਪ ਕਰਨਾ ਹੈ ਨਾ, ਤੁਸੀਂ ਸਿੰਪਲ ਤਰੀਕੇ ਦੇ ਨਾਲ ਵੀ ਆਪਣੇ ਕਹਿੰਦੇ ਉਹੀ ਗੱਲ ਵੀ ਚਾਦਰ ਵੇਖ ਕੇ ਚੱਲਾਂਗੇ ਤਾਂ ਖੁਸ਼ ਰਵਾਂਗੇ। ਸੋ ਮੇਰੀ ਤੇ ਇਹੀ ਸਲਾਹ ਹੈ ਵੀ ਚਾਹੇ ਕੁੜੀਆਂ ਨੇ ਚਾਹੇ ਮੁੰਡੇ ਨੇ, ਆਪਣੇ ਮਾਪੇ ਨੂੰ ਸਮਝੋ, ਆਪਣੇ ਘਰ ਨੂੰ ਵੇਖ ਕੇ ਫਿਰ ਅੱਗੇ ਵਧਣਾ ਚਾਹੀਦਾ। ਬਿਲਕੁਲ, ਕਿਉਂਕਿ ਜੇ ਅਸੀਂ ਦੁਨੀਆਦਾਰੀ ਦੇਖਣ ਲੱਗੇ, ਲੋਕਾਂ ਵੱਲ ਦੇਖਣ ਲੱਗੇ, ਕਿਉਂਕਿ ਲੋਕਾਂ ਨੇ ਤਾਂ ਜੇ ਤੁਸੀਂ ਲੱਖ ਰੁਪਏ ਦੀ ਵੀ ਚੀਜ਼ ਪਾ ਲਈ ਉਹਨੂੰ ਵੀ ਮਾੜੀ ਕਹਿ ਦੇਣਾ, ਜੇ ਕਹਿਣਾ ਹੀ ਆ ਤੇ ਚੰਗਾ ਜੇ ਉਹਨਾਂ ਨੇ ਕਹਿਣਾ ਤੇ ਜਾਏ ਤੁਸੀਂ 100 ਰੁਪਏ ਦੀ ਚੀਜ਼ ਪਾ ਲਈ ਉਹਨੂੰ ਵੀ ਚੰਗਾ ਕਹਿ ਦੇਣਾ। ਬਿਲਕੁਲ। ਸੋ ਬੈਟਰ ਆ ਕਿ ਆਪਣਾ ਘਰ ਦੇਖ ਕੇ ਆਪਣੀ ਚਾਦਰ ਦੇਖ ਕੇ ਚੱਲੋ। ਅੱਜ ਕੱਲ ਦਾ ਜਿਹੜਾ ਮਾਹੌਲ ਹੈ ਜਸਮੀਤ ਜੀ, ਉਹ ਏਦਾਂ ਲੱਗਦਾ ਕਿ ਜਿੰਨਾ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ, ਆਪਣੇ ਆਪ ਨੂੰ, ਭਾਵੇਂ ਉਹ ਕੰਟਰੋਵਰਸੀ ਹੈ, ਭਾਵੇਂ ਆਪਣੇ ਕੰਮ ਦੇ ਵਿੱਚ ਤੁਸੀਂ ਇਮਾਨਦਾਰੀ ਨਾਲ ਚੱਲਦੇ ਹੋ, ਉਹਨੂੰ ਆਪਣੇ ਆਪ ਨੂੰ ਇਮਾਨਦਾਰ ਰੱਖੋ, ਕਰਪਸ਼ਨ ਤੋਂ ਔਰ ਆਪਣੇ ਆਪ ਨੂੰ ਕਰਜ਼ੇ ਤੋਂ ਬਚਾ ਸਕਦੇ ਹੋ। ਸਭ ਤੋਂ ਵੱਡੀ ਜਿਹੜੀ ਅੱਜ ਕੱਲ ਦੀ ਹੈ, ਕਿਉਂਕਿ ਇੰਨੀ ਬੇਰੋਜ਼ਗਾਰੀ ਹੋ ਚੁੱਕੀ ਹੈ, ਨੌਕਰੀਆਂ ਨਹੀਂ, ਪੰਜਾਬ 'ਚ ਬੱਚੇ ਬਾਹਰ ਜਾ ਰਹੇ ਨੇ ਔਰ ਮਾਂ-ਬਾਪ ਅਸੀਂ ਅਕਸਰ ਵੇਖਦੇ ਹਾਂ, ਮਾਂ-ਬਾਪ ਜਿਹੜੇ ਨੇ ਉਹ ਬੱਚਾ ਬਾਹਰ ਗਿਆ ਜਾ ਕੇ ਉੱਥੇ ਕੋਈ ਇਨਸੀਡੈਂਟ ਹੋ ਗਿਆ, ਬੱਚਾ ਡੈਡ ਹੋ ਗਿਆ, ਉਹਨਾਂ ਮਾਂ-ਬਾਪ ਦੇ ਪੱਲੇ ਕੁਝ ਨਹੀਂ ਰਿਹਾ। ਕੋਸ਼ਿਸ਼ ਕਰੋ ਇੱਥੇ ਹੀ ਆਪਣੇ ਆਪ ਨੂੰ ਸੇਫ ਰੱਖੋ, ਅਗਰ ਜਿੰਨਾ ਹੋ ਸਕਦਾ ਮਾਂ-ਬਾਪ ਦੇ ਪੈਸੇ ਨੂੰ ਬਚਾ ਕੇ ਰੱਖੋ, ਕਿਉਂਕਿ ਕਿਸੇ ਵੀ ਦੂਜੇ ਨੂੰ ਬੱਚੇ ਨੂੰ ਵੇਖ ਕੇ ਆਪਣੇ ਆਪ ਨੂੰ ਹੀ ਨਾ ਕਹੋ ਜੀ ਉਹ ਫਲਾਣਾ ਚਲਾ ਗਿਆ ਮੈਂ ਵੀ ਜਾਣਾ ਹੀ ਜਾਣਾ। ਮੈਨੂੰ ਲੱਗਦਾ ਜਿਹੜੀ ਪਰਿਵਾਰ ਦੇ ਨਾਲ ਰਹਿਣ ਵਾਲੀ ਜਿਹੜੀ ਹੈਗੀ ਹੈ ਨਾ ਇੱਕ ਸੁੱਖ ਸ਼ਾਂਤੀ ਹੈ ਜਾਂ ਇਹ ਦੌਲਤ ਹੈ, ਇਹ ਮੁੜ ਕੇ ਨਹੀਂ ਮਿਲਦੀ। ਬਿਲਕੁਲ। ਔਰ ਮੈਨੂੰ ਲੱਗਦਾ ਹੈ ਕਿ ਜੇ ਇੱਕ ਬੰਦਾ ਮਿਹਨਤ ਕਰਨ ਵਾਲਾ ਹੈ, ਜੇ ਉਹਨੇ ਇੱਥੇ ਰਹਿ ਕੇ ਵੀ ਮਿਹਨਤ ਕਰਨੀ ਨਾ, ਉਹ ਸਭ ਕੁਝ ਕਰ ਸਕਦਾ ਹੈ। ਜ਼ਰੂਰੀ ਨਹੀਂ ਕਿ ਅਸੀਂ ਬਾਹਰ ਜਾ ਕੇ ਮਿਹਨਤ ਕਰਾਂਗੇ ਤਾਂ ਸਭ ਕੁਝ ਹੋਏਗਾ। ਅਸੀਂ ਬਹੁਤ ਸਾਰੇ ਲੋਕ ਦੇਖਦੇ, ਉਹਨਾਂ ਦੀ ਸੋਚ ਇਹ ਹੁੰਦੀ ਹੈ ਜੀ ਮੈਂ ਤਾਂ ਜੇ ਕੋਈ ਕੰਮ ਕਰਨਾ ਮੈਂ ਤਾਂ ਬਾਹਰ ਜਾ ਕੇ ਕਰਨਾ, ਮੈਂ ਇੱਥੇ ਰਹਿ ਕੇ ਨਹੀਂ ਕਰਨਾ। ਸੋ ਬੈਟਰ ਆ ਕਿ ਤੁਸੀਂ ਇੱਥੇ ਰਹਿ ਕੇ ਕਰੋ, ਕੰਮ ਤਾਂ ਕਰਨਾ ਹੀ ਹੈ। ਰਿਸ਼ਤਿਆਂ ਦੀ ਜਿਹੜੀ ਹੈ ਨਾ, ਰਿਸ਼ਤਿਆਂ ਦੀ ਬਹੁਤ ਘਾਟ ਹੁਣ ਮਹਿਸੂਸ ਹੁੰਦੀ ਹੈ, ਕਿਉਂਕਿ ਮੈਂ ਖੁਦ ਕਵਾਂਗੀ ਕਿ ਮੇਰੇ 2 ਬ੍ਰਦਰ, ਮੇਰੇ ਦੋਨੋਂ ਭਰਾ ਅਮਰੀਕਾ ਨੇ, ਮੈਂ ਇਕੱਲੀ ਆ। ਮੇਰੇ ਸਿਸਟਰ ਵੱਡੇ ਕਾਫੀ ਸਮਾਂ ਪਹਿਲਾਂ ਉਦੋਂ ਗੁਜ਼ਰ ਗਏ ਸੀ ਤੇ ਮੈਂ ਇਕੱਲੀ ਰਹਿ ਗਈ। ਇੱਥੇ ਮੇਰੀ ਮਦਰ ਹੈ, ਮੈਂ, ਮੇਰੇ ਫਾਦਰ ਸਾਹਿਬ ਵੀ ਬਹੁਤ ਛੋਟੀ ਸੀ ਜਦੋਂ ਗੁਜ਼ਰ ਗਏ ਸੀ, 10 ਸਾਲ ਦੀ ਸੀ ਮੈਂ। ਔਰ ਮੈਂ ਉਦੋਂ ਤੋਂ ਹੀ ਆਪਣੇ ਆਪ ਨੂੰ ਇੱਕ ਅੰਦਰ ਮੈਚਿਓਰਟੀ, ਜਦੋਂ ਮੇਰੇ ਫਾਦਰ ਸਾਹਿਬ ਗੁਜ਼ਰੇ ਨਾ, ਮੈਂ 10 ਸਾਲ ਦੀ ਮੈਨੂੰ ਲੱਗਣ ਲੱਗ ਗਿਆ ਸੀ ਮੈਂ 20 ਸਾਲ ਦੀ ਆ, ਕਿਉਂਕਿ ਮੈਂ ਮੈਚਿਓਰਟੀ ਮੇਰੇ ਅੰਦਰ ਸੀ। ਅੱਜ ਤੱਕ ਵੀ ਜਿੰਨਾ ਮੈਂ ਇੰਡਸਟਰੀ 'ਚ ਕੰਮ ਕੀਤਾ ਨਾ, ਮੈਂ ਆਪਣੇ ਬੜੇ ਤਰੀਕੇ ਨਾਲ ਮੈਂ ਆਪਣੇ ਨੂੰ ਸਾਂਭ ਕੇ ਰੱਖਿਆ, ਮਾਂ-ਬਾਪ ਨੂੰ ਕਦੇ ਉਲਾਂਭਾ ਨਹੀਂ ਦਵਾਇਆ। ਮੇਰੇ ਘਰੇ ਮੈਨੂੰ ਜਿੰਨੇ ਪ੍ਰੋਡਿਊਸਰ ਮਿਲੇ, ਪ੍ਰਮੋਟਰ ਮਿਲੇ, ਜੋ ਫੈਮਲੀਆਂ, ਮੈਂ ਕੋਸ਼ਿਸ਼ ਕੀਤੀ ਕਿ ਮੈਂ ਪਰਿਵਾਰਾਂ 'ਚ ਰਹੀ ਆ, ਪਰਿਵਾਰ ਵਾਲੀ ਕੁੜੀ ਆ। ਤੇ ਹੁਣ ਮੇਰੇ ਦੋਨੋਂ ਭਰਾ ਬਾਹਰ ਨੇ ਔਰ ਮੈਨੂੰ ਇਦਾਂ ਲੱਗਦਾ ਕਿ ਮੈਂ ਹੁਣ 2 ਮਹੀਨੇ ਇੰਗਲੈਂਡ ਲਾ ਕੇ ਆਈ ਆ ਤੇ ਪਿੱਛੋਂ ਮੇਰੇ ਬੱਚੇ ਸੀ। ਔਰ ਸਭ ਤੋਂ ਵੱਧ ਮੈਂ ਤੁਹਾਨੂੰ ਦੱਸਿਆ ਇਸ ਲਈ ਜਾ ਕੇ ਮੈਨੂੰ ਇਦਾਂ ਲੱਗਿਆ ਕਿ ਜ਼ਿੰਦਗੀ ਦੇ ਵਿੱਚ ਨਾ ਪਰਿਵਾਰ ਸਭ ਕੁਝ ਹੈ। ਅਗਰ ਪਰਿਵਾਰ ਦੇ ਕੋਲ ਹੋ ਨਾ, ਤੁਸੀਂ ਮੰਨੋਗੇ ਮੈਂ 2 ਮਹੀਨੇ ਏਦਾਂ ਕੱਟੇ ਆ ਕਿ ਮੈਨੂੰ ਲੱਗਦਾ ਸੀ ਵੀ ਮੈਨੂੰ ਕੁਝ ਹੋ ਨਾ ਜਾਵੇ, ਮੈਂ ਪਰਿਵਾਰ ਤੋਂ ਦੂਰ ਆ। ਤੇ ਅੱਜ ਮੇਰੇ ਮਦਰ ਨੇ, ਉਹ ਮੇਰੇ ਕੋਲ ਆਉਂਦੇ ਨੇ, ਰਹਿੰਦੇ ਨੇ ਥੋੜੇ ਦਿਨ, ਫਿਰ ਪਿੰਡ ਚਲੇ ਜਾਂਦੇ ਨੇ। ਤੇ ਮੈਨੂੰ ਲੱਗਦਾ ਕਿ ਮੈਂ ਅਕਸਰ ਭਰਾਵਾਂ ਨੂੰ ਵੀ ਕਹਿੰਦੀ ਹੁੰਨੀ ਆ ਵੀ ਅਗਰ ਤੁਸੀਂ ਕੋਸ਼ਿਸ਼ ਕਰਦੇ ਇੱਥੇ ਹੀ ਹੋ ਜਾਂਦਾ ਹਨਾ। ਤੇ ਅੱਜ ਕਿਉਂਕਿ ਪਹਿਲਾਂ ਜਦੋਂ ਮੈਂ ਸਰਸੇ ਆਪਣੇ ਜਾਂਦੀ ਸੀ ਤੇ ਮੇਰੇ ਬ੍ਰਦਰ ਹੁੰਦੇ ਸੀ, ਭਾਬੀਆਂ, ਭਤੀਜਾ, ਮੰਮੀ ਹੁੰਦੇ ਸੀ, ਪੇਕੇ ਜਾਂਦੀ ਸੀ। ਹੁਣ ਮੈਂ ਦੇਖਦੀ ਆ ਤੇ ਹੁਣ ਮੈਂ ਪੇਕੇ ਕਿਹਦੇ ਕੋਲ ਜਾਵਾਂ, ਕਿਉਂਕਿ ਹੁਣ ਮੇਰੇ ਮਦਰ ਬਜ਼ੁਰਗ ਨੇ, ਮੇਰੇ ਕੋਲ ਆਉਂਦੇ ਨੇ, ਚਲੇ ਜਾਂਦੇ ਨੇ। ਤੇ ਹੁਣ ਬ੍ਰਦਰ ਬਾਹਰ ਨੇ ਤੇ ਮੇਰੇ ਪੇਕੇ ਤਾਂ ਖਤਮ ਹੋ ਗਏ ਹਨਾ, ਮੈਂ ਕਿੱਥੇ ਜਾਊਂਗੀ। ਸੋ ਮੈਨੂੰ ਤਾਂ ਲੱਗਦਾ ਵੀ ਲਾਈਫ 'ਚ ਨਾ ਕਈ ਵਾਰ ਡਿਸੀਜਨ ਇਨਸਾਨ ਲੈਂਦਾ ਬਈ ਅੱਗੇ ਵਧਣ ਲਈ ਪੈਸਾ, ਪਰ ਮੈਂ ਕਹਾਂਗੀ ਪੈਸਾ ਨਹੀਂ ਜ਼ਰੂਰੀ। ਅੱਗੇ ਵਧਣ ਲਈ ਤੁਹਾਨੂੰ ਨਾ ਜ਼ਿੰਦਗੀ ਜਿਉਣੀ ਹੈ ਤਾਂ ਪਰਿਵਾਰ ਜ਼ਰੂਰੀ ਹੈ। ਔਰ ਮੇਰੇ ਬੱਚੇ ਆ, ਹੁਣ ਹਸਬੈਂਡ ਨੇ, ਮੈਨੂੰ ਲੱਗਦਾ ਕਿ ਜਿੰਨੀ ਮੈਂ ਖੁਸ਼ ਵਾਪਸ ਆ ਕੇ ਆ, ਮੈਂ ਠੀਕ ਹੈ ਕੰਮ ਲਈ ਜਾਣਾ ਪੈਂਦਾ, ਪਰ ਮੈਨੂੰ ਏਦਾਂ ਲੱਗਦਾ, ਮਹਿਸੂਸ ਹੁੰਦਾ ਵੀ ਅਗਰ ਇਨਸਾਨ ਕੋਸ਼ਿਸ਼ ਕਰੇ ਨਾ ਤੇ ਇੱਥੇ ਸਭ ਕੁਝ ਹੋ ਸਕਦਾ। ਬਿਲਕੁਲ। ਪਰ ਪਰਿਵਾਰ ਨਾ ਛੱਡ ਕੇ ਜਾਓ ਪਲੀਜ਼, ਕਿਉਂਕਿ ਪਰਿਵਾਰ ਬਹੁਤ ਜ਼ਰੂਰੀ ਹੈ। ਇਹਨਾਂ ਤੋਂ ਬਿਨਾ ਤੁਸੀਂ ਜ਼ੀਰੋ, ਬਾਹਰ ਭਾਵੇਂ ਤੁਸੀਂ ਲੱਖ ਪੈਸੇ ਕਮਾ ਲਓ, ਪਰ ਲੋਕ ਐਗਰੀ ਵੀ ਕਰਦੇ ਇਸ ਚੀਜ਼। ਬਿਲਕੁਲ। ਉੱਥੇ ਜਾ ਕੇ ਫਿਰ ਜਦੋਂ ਯਾਦ ਆਉਂਦੀ ਮਾਵਾਂ ਦੀ, ਬੱਚਿਆਂ ਦੀ, ਇਹ ਜ਼ਰੂਰੀ ਹੈ। ਘੱਟ ਖਾ ਲਓ, ਅਗਰ ਤੁਹਾਡੇ ਸਿਰ ਤੇ ਕੋਈ ਕਰਜ਼ਾ ਨਹੀਂ ਹੈ ਨਾ, ਲਾਈਫ 'ਚ ਕੋਈ ਕਰਜ਼ਾ ਨਹੀਂ ਹੈ, ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਹੋ।
ਕਿਉਂਕਿ ਤੁਹਾਡੇ ਕੋਲੇ ਤੁਹਾਡਾ ਪਰਿਵਾਰ ਹੈ। ਬਿਲਕੁਲ, ਕਿਉਂਕਿ ਮੇਨ ਅੱਜ ਕੱਲ ਅਸੀਂ ਦੁਨੀਆਦਾਰੀ ਦੇ ਕਿਸੇ ਤੇ ਵੀ ਅਸੀਂ ਭਰੋਸਾ ਨਹੀਂ ਕਰ ਸਕਦੇ ਕਿ ਜੇ ਇੱਕ ਸਿਰਫ ਸਾਡੇ ਫੈਮਿਲੀ ਮੈਂਬਰ ਆ ਜਿਨ੍ਹਾਂ ਨਾਲ ਅਸੀਂ ਹਰ ਗੱਲ ਕਰ ਸਕਦੇ, ਕਿਉਂਕਿ ਦੂਜਾ ਕੋਈ ਵੀ ਬੰਦਾ ਹੋਵੇ ਅੱਜ ਸਾਨੂੰ ਲੱਗ ਸਕਦਾ ਹੈ ਕਿ ਹਾਂ ਇਹ ਸਾਡਾ ਆ, ਪਰ ਕਿਸੇ ਵੇਲੇ ਕੋਈ ਵੀ ਸਾਥ ਛੱਡ ਸਕਦਾ ਨਹੀਂ। ਹਾਂ ਬਿਲਕੁਲ, ਜਿੰਨੀ ਜ਼ਰੂਰਤ ਆਪਣਿਆਂ ਦੀ ਹੁੰਦੀ ਆ ਸਮੇਂ ਤੇ, ਰੱਖੜੀਆਂ ਵੇਲੇ ਭਰਾਵਾਂ ਦੀ ਹਨਾ, ਸੰਧਾਰੇ ਵੇਲੇ ਤੀਆਂ ਵੇਲੇ ਮਾਵਾਂ ਦੀ ਤੇ ਭੈਣਾਂ ਦੀ ਹਨਾ, ਸਾਰਿਆਂ ਦੀ ਉਸ ਏਦਾਂ। ਬਿਲਕੁਲ ਜੀ। ਸੋ ਅਸੀਂ ਹਨਾ ਗੀਤਾਂ ਦੀ ਬਹੁਤ ਸਾਰੀਆਂ ਗੱਲਾਂ ਕੀਤੀਆਂ, ਫਿਲਮਸ ਦੇ ਵਿੱਚ ਵੀ ਅਸੀਂ ਤੁਹਾਨੂੰ ਦੇਖ ਚੁੱਕੇ ਹਾਂ, ਮੁਕਲਾਵਾ ਦੇ ਵਿੱਚ, ਨਿੱਕਾ ਜੈਲਦਾਰ 2 ਦੇ ਵਿੱਚ ਹਨਾ। ਸੋ ਹੋਰ ਕਿਹੜੀ ਫਿਲਮਸ ਦੇ ਵਿੱਚ ਸਾਨੂੰ ਨਜ਼ਰ ਆਉਂਗੇ? ਫਿਲਮ ਸਾਡੀ ਆਉਣ ਵਾਲੀ ਹੈ ਜੀ ਹੁਣ ਬੂ ਮੈਂ ਡਰ ਗਈ ਜੀ, ਔਰ ਉਹਦੀ ਡਬਿੰਗ ਹੋ ਚੁੱਕੀ ਹੈ। ਬਹੁਤ ਅੱਛੀ ਫਿਲਮ ਹੈ, ਉਹਦੇ ਚ ਪਾਰਟ ਬੜਾ ਅੱਛਾ ਹੈ ਮੇਰਾ। ਇੱਕ ਗਰੀਬ ਜਿਹੀ ਲੇਡੀ ਦਾ ਪਾਰਟ ਹੈ, ਝੁੱਗੀ ਚ ਰਹਿਣ ਵਾਲੀ ਦਾ ਤੇ ਮੇਰਾ ਫੇਵਰਿਟ ਪਾਰਟ ਹੈ ਉਹ। ਔਰ ਇੱਕ ਫਿਲਮ ਯਮਲਾ ਸਾਡੀ ਜਿਹੜੀ, ਔਰ ਛੱਲੇ ਮੁੰਦੀਆਂ ਪਿੱਛੇ ਜੇ ਰਿਲੀਜ਼ ਹੋ ਚੁੱਕੀ ਹੈ। ਤੇ ਇੱਕ ਹੁਣ ਅਸੀਂ ਕੈਰੀ ਔਨ ਜੱਟਾਂ ਦੀ ਸ਼ੂਟਿੰਗ ਕਰਕੇ ਆਏ ਆ ਲੰਡਨ ਦੇ ਵਿੱਚ। ਸੋ ਉਹ ਵੀ ਫਿਲਮ ਜਿਹੜੀ ਨੈਕਸਟ ਈਅਰ ਮਈ ਜੂਨ ਚ ਰਿਲੀਜ਼ ਹੋਏਗੀ। ਹਾਂਜੀ। ਸੋ ਕਿੱਦਾਂ ਲੱਗਿਆ ਕਿ ਸਿੰਗਿੰਗ ਤੋਂ ਹੁਣ ਮੈਨੂੰ ਅਦਾਕਾਰੀ ਦੇ ਵੱਲ ਆ ਜਾਣਾ ਚਾਹੀਦਾ? ਐਕਚੁਅਲੀ ਕੁਦਰਤੀ ਸਬਬ ਬਣਿਆ। ਮੇਰੀ ਭੈਣ ਤਾਂ ਬੜੇ ਚਿਰ ਤੋਂ ਚਾਹੁੰਦੇ ਸੀ ਕਿ ਮੈਂ ਫਿਲਮਾਂ ਕਰਾਂ, ਪਰ ਮੈਨੂੰ ਜ਼ਿਆਦਾ ਮੇਰਾ ਜੀ ਲੱਗਦਾ ਸੀ ਸਿੰਗਿੰਗ 'ਚ, ਕਿਉਂਕਿ ਫਿਲਮਾਂ ਦਾ ਬੜਾ ਲੰਬਾ ਸ਼ਡਿਊਲ ਸੀ, ਬੜਾ ਮੈਨੂੰ ਬੋਰਿੰਗ ਟਾਈਪ ਲੱਗਦਾ ਸੀ ਕਿ ਨਾ ਗਾਇਕੀ ਸਵੇਰੇ ਜਾਓ, ਸ਼ੋਅ ਲਾਓ, ਸ਼ਾਮ ਨੂੰ ਘਰੇ ਵਿਹਲੇ ਬਟ ਉਹ ਚਾਹੁੰਦੇ ਸੀ ਮੈਂ ਵੱਡੇ ਪਰਦੇ ਤੇ ਮੇਰਾ ਨਾਮ ਆਵੇ। ਜਦੋਂ ਦੀਦੀ ਗੁਜ਼ਰ ਗਏ ਤਾਂ ਫਿਰ ਮੈਨੂੰ 2016 ਚ ਆਫਰ ਆਈ ਨਿੱਕਾ ਜੈਲਦਾਰ 2 ਦੀ, ਔਰ ਰੋਲ ਬਹੁਤ ਵਧੀਆ ਸੀ, ਨਿਰਮਲ ਰਿਸ਼ੀ ਦੀ ਨੌਂ ਦਾ ਰੋਲ ਸੀ। ਸੋ ਉਸ ਤੋਂ ਬਾਅਦ ਫਿਰ ਉਹ ਮੈਨੂੰ ਮਿਲਿਆ ਰੋਲ, ਔਰ ਉਸ ਤੋਂ ਬਾਅਦ ਲਗਾਤਾਰ ਕਈ ਸਾਰੀਆਂ ਫਿਲਮਾਂ, ਮੁਕਲਾਵਾ ਸੀ ਔਰ ਕੁੜਮਾਈਆਂ ਤੇ ਕਾਲਾ ਸ਼ਾਹ ਕਾਲਾ, ਤੇ ਉਹ ਫਿਰ ਜਦੋਂ ਫਿਲਮਾਂ ਮਿਲੀਆਂ ਕੰਟੀਨਿਊਸਲੀ ਫਿਰ ਉਹ ਰਾਬਤਾ ਜੁੜਦਾ ਗਿਆ। ਤੇ ਹੁਣ ਕੈਰੀ ਔਨ ਜੱਟਾ 3 ਕੀਤੀ ਹੈ। ਸੋ ਬੜਾ ਵਧੀਆ ਲੱਗਿਆ। ਪਰ ਜਦੋਂ ਪਹਿਲੀ ਵਾਰੀ ਵੱਡੀ ਸਕਰੀਨ ਤੇ ਆਪਣਾ ਨਾਮ ਵੇਖਿਆ ਸੀ ਤਾਂ ਮੈਨੂੰ ਆਪਣੀ ਭੈਣ ਬੜੀ ਯਾਦ ਆਈ ਸੀ। ਔਰ ਅੱਜ ਵੀ ਮੈਂ ਫਿਲਮਾਂ 'ਚ ਕੰਮ ਕਰਦੀ ਹਾਂ ਤਾਂ ਮਤਲਬ ਸਮਝ ਲਓ ਕਿ ਮੈਂ ਉਹਨਾਂ ਨੂੰ ਜਿਉਂਦਾ ਰੱਖਣ ਲਈ ਕਰਦੀ ਹਾਂ, ਉਹਨਾਂ ਲਈ ਕਰਦੀ ਹਾਂ ਕਿ ਰਾਖੀ ਦਾ ਨਾਮ ਆਏਗਾ ਤਾਂ ਸਮਝੋ ਲੱਖੀ ਦਾ ਨਾਮ ਆਇਆ। ਸੋ ਇਸ ਲਈ ਉਹਨਾਂ ਦੀ ਆਖਰੀ ਤਮੰਨਾ ਨੂੰ ਪੂਰੀ ਕਰਨ ਲਈ ਮੈਂ ਫਿਲਮਾਂ ਕਰਦੀ ਹਾਂ। ਵਧੀਆ ਪ੍ਰੋਜੈਕਟ ਜਿੰਨੇ ਵੀ ਮਿਲੇ ਨੇ, ਚਲੋ ਸਾਰਿਆਂ ਦੀ ਥੈਂਕਸ ਆ ਮੈਂ ਸਾਥੀ ਆਰਟਿਸਟਾਂ ਦੀ ਜੀ। ਔਰ ਕਿਤੇ ਨਾ ਕਿਤੇ ਚੰਗਾ ਵੀ ਲੱਗਦਾ। ਵੈਸੇ ਵੀ ਅਸੀਂ ਕਹਿੰਦੇ ਹੁੰਦੇ ਆ ਕਿ ਭੈਣਾਂ ਦੇ ਵਿੱਚ ਜਿਹੜਾ ਹਨਾ ਪਿਆਰ ਹੁੰਦਾ ਨਾ ਉਹ ਦੋਸਤਾਂ ਵਾਲਾ ਹੈ। ਅਸੀਂ ਭੈਣਾਂ ਨਾਲ ਕਦੇ ਵੀ ਕੋਈ ਵੀ ਗੱਲ ਸ਼ੇਅਰ ਕਰ ਸਕਦੇ। ਬਿਲਕੁਲ, ਮੈਂ ਬੜਾ ਮਿਸ ਕਰਦੀ ਹਾਂ ਆਪਣੀ ਭੈਣ ਨੂੰ, ਕਿਉਂਕਿ ਸ਼ੁਰੂ ਤੋਂ ਅਸੀਂ ਜਦੋਂ ਹੋਸ਼ ਸੰਭਾਲੀ ਨਾ ਇੰਡਸਟਰੀ 'ਚ ਆਏ ਤਾਂ ਸਾਡੀ ਮਾਂ ਹੀ ਸਾਡੀ ਸਹੇਲੀ ਸੀ। ਤੇ ਮੇਰੀ ਕੋਈ ਬਹੁਤੀਆਂ ਸਹੇਲੀਆਂ ਨਹੀਂ ਹੈਗੀਆਂ ਇੰਡਸਟਰੀ 'ਚ, ਔਰ ਜਿਨ੍ਹਾਂ ਦੇ ਨਾਲ ਮੇਰਾ ਜ਼ਿਆਦਾ ਰਾਬਤਾ ਰਿਹਾ ਮੇਰੀ ਮਾਂ ਤੋਂ ਬਾਅਦ ਭੈਣ ਸੀ, ਕਿਉਂਕਿ ਅਸੀਂ ਇਕੱਠੇ ਕੰਮ ਕਰਦੇ ਸੀ, ਇਕੱਠੇ ਬਾਹਰ ਜਾਂਦੇ ਸੀ। ਜਦੋਂ ਗੁਜ਼ਰ ਗਏ ਤਾਂ ਫਿਰ ਬੜੀ ਕਮੀ ਮਹਿਸੂਸ ਹੋਈ ਮੈਨੂੰ, ਅੱਜ ਵੀ ਹੁੰਦੀ ਹੈ ਕਿ ਭੈਣ ਨਹੀਂ ਹੈ ਮੇਰੀ ਕੋਈ, ਹਨਾ। ਤੇ ਅਕਸਰ ਜਦੋਂ ਮੈਂ ਕਿਸੇ ਨੂੰ ਵੇਖਦੀ ਹਾਂ, ਉਹਨਾਂ ਨੂੰ ਬੜਾ ਸ਼ੌਕ ਹੁੰਦਾ ਸੀ। ਜਦੋਂ ਉਹ ਗੁਜ਼ਰੇ ਸੀ ਉਸ ਤੋਂ ਥੋੜੇ ਚਿਰ ਪਹਿਲਾਂ ਉਹਨਾਂ ਨੇ ਗਾਇਕੀ ਸਿੱਖਣੀ ਸ਼ੁਰੂ ਕੀਤੀ ਸੀ ਤੇ ਉਹ ਚਾਹੁੰਦੇ ਸੀ ਕਿ ਆਪਾਂ ਇੱਕ ਡਿਊਟ Song ਕਰਾਂਗੇ ਦੋਵੇਂ ਭੈਣਾਂ, ਤੇ ਮੈਂ ਗਾਉਣਾ ਚਾਹੁੰਦੀ ਹਾਂ। ਤੇ ਪਰ ਉਹ ਇੱਛਾ ਨਹੀਂ ਪੂਰੀ ਹੋ ਪਾਈ। ਚਲੋ ਹੁਣ ਜਿੱਥੇ ਜਾਈਦਾ ਉਹਨਾਂ ਅਸੀਂ ਆਪਣੇ ਆਪ ਨੂੰ ਭੈਣ ਨੂੰ ਦੇਖ ਲਈਦਾ। ਸੋ ਪਰ ਸਹੀ ਕਿਹਾ ਤੁਸੀਂ, ਬੜਾ ਮਿੱਠਾ ਤੇ ਪਿਆਰਾ ਰਿਸ਼ਤਾ ਹੈ। ਜਿਹੜੀਆਂ ਭੈਣਾਂ ਹੈਗੀਆਂ ਨੂੰ ਆਪਣੀਆਂ ਭੈਣਾਂ ਨੂੰ ਮਿਲ ਮਿਲ ਕੇ ਰਿਹਾ ਕਰੋ। ਬਿਲਕੁਲ, ਕਿਉਂਕਿ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਭੈਣਾਂ ਭਰਾ ਦੇ ਵਿੱਚ ਵੀ ਉਹ ਪਿਆਰ ਨਹੀਂ ਰਿਹਾ ਹਨਾ। ਅਸੀਂ ਕਹਿ ਦਿੰਦੇ ਹਾਂ ਅੱਜ ਕੱਲ ਸਿਰਫ ਮੂੰਹ ਤੱਕ ਆ, ਫੋਨ ਤੱਕ ਆ, ਦੈਟਸ ਇਟ। ਅਸੀਂ ਕਿਸੇ ਨੂੰ ਜਾ ਕੇ ਬਹੁਤਾ ਜਾ ਕੇ ਮਿਲਦੇ ਨਹੀਂ, ਜਾਂ ਜਿੱਦਾਂ ਪਹਿਲਾਂ ਪਿਆਰ ਹੁੰਦਾ ਸੀ ਕਿ ਅਸੀਂ ਕੋਈ ਵੀ ਛੋਟੀ ਤੋਂ ਛੋਟੀ ਗੱਲ ਵੀ ਫੈਮਿਲੀ ਦੇ ਨਾਲ ਸ਼ੇਅਰ ਕਰਦੇ ਸੀ। ਅੱਜ ਕੱਲ ਅਸੀਂ ਵੱਡੇ ਤੋਂ ਵੱਡਾ ਕੰਮ ਕਰ ਦਿੰਦੇ, ਫੈਮਿਲੀ ਨੂੰ ਪਤਾ ਵੀ ਨਹੀਂ ਹੁੰਦਾ। ਸੋ ਇਹ ਕਿਤੇ ਨਾ ਕਿਤੇ ਲੱਗਦਾ ਵੀ ਆ ਕਿ ਨਹੀਂ, ਏਦਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਇੱਕ ਜੇ ਤੁਹਾਡੀ ਫੈਮਿਲੀ ਆ, ਤੁਸੀਂ ਇੱਕੋ ਪਰਿਵਾਰ ਦੇ ਜੀਓ ਹਨਾ, ਉਹਨਾਂ ਦੇ ਨਾਲ ਗੱਲ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਆ। ਔਰ ਚਲੋ ਜਿਹੜੇ ਆਪਣੀਆਂ ਧੀਆਂ ਨੇ, ਕੁੜੀਆਂ ਨੇ, ਉਹਨਾਂ ਦੀ ਰਿਸਪੈਕਟ ਕਰੋ, ਆਦਰ ਕਰੋ। ਔਰ ਘਰ ਦੇ ਵਿੱਚ ਇਹ ਖਿੜੇ ਫੁੱਲਾਂ ਵਾਂਗੂ ਹੁੰਦੀਆਂ ਕੁੜੀਆਂ ਨਾ। ਤੇ ਮੈਂ ਖੁਦ ਵੀ ਜਦੋਂ ਹੁਣ UK ਗਈ ਹਾਂ ਨਾ, ਤੇ ਮੇਰੇ ਪਿੱਛੋਂ ਪਰਿਵਾਰ ਸੀ, ਮੈਂ ਵੇਖਿਆ ਜਦੋਂ ਮੈਂ ਘਰੇ ਹੁੰਨੀ ਆ ਨਾ ਤੇ ਸਾਰੇ ਰੌਣਕ ਰਹਿੰਦੀ ਹੈ ਨਾ। ਸਾਰੇ ਸ਼ਰਾਰਤਾਂ ਵੀ ਉਦੋਂ ਕਰਦੇ ਜਦੋਂ ਮੈਂ ਹੁੰਨੀ ਆ ਘਰੇ, ਤੇ ਨਹੀਂ ਤੇ ਪਿੱਛੋਂ ਮੰਮੀ ਹੁਣੀ ਕਹਿੰਦੇ ਸੀ ਕਿ ਤੂੰ ਨਹੀਂ ਹੁੰਦੀ ਨਾ, ਪਿੱਛੋਂ ਕੋਈ ਕੁਸਕਦਾ ਹੀ ਨਹੀਂ, ਜਿੱਦਾਂ ਕੋਈ ਬੋਲਦਾ ਹੀ ਨਹੀਂ ਆ, ਚੁੱਪ-ਚਾਪ ਸਾਰੇ ਰਹਿੰਦੇ ਆ, ਕਿਉਂਕਿ ਫਰਕ ਪੈਂਦਾ। ਸੋ ਮੈਂ ਇਸ ਲਈ ਕੁੜੀਆਂ ਲਈ ਕਰਦੀ ਹੁੰਨੀ ਆ ਡੈਡੀਕੇਟ। ਜਦੋਂ ਮੇਰਾ ਆਪਣਾ ਮਨ ਕਰਦਾ ਨਾ ਉਹ ਗੀਤ ਗਾਉਣ ਨੂੰ, ਫਿਰ ਮੈਂ ਗਾ ਲੈਂਦੀ ਹੁੰਨੀ ਆ। ਉਹ ਮੈਂ ਆਪਣੀਆਂ ਸਾਰੀਆਂ ਕੁੜੀਆਂ ਲਈ ਗੀਤ ਗਾਉਣਾ ਚਾਹੁੰਦੀ ਹਾਂ, ਔਰ ਕਹਾਂਗੀ ਕਿ ਮਜ਼ਬੂਤ ਬਣੋ, ਕਦੇ ਹਾਰਨਾ ਨਹੀਂ ਹੈ, ਆਪਣੇ ਆਪ ਨੂੰ ਮਜ਼ਬੂਤ ਬਣਾਓ। ਕੁੜੀਓ ਰੋਇਆ ਨਾ ਕਰੋ ਨੀ, ਡੁੱਬ ਜਾਣੀਓ,
ਕੁੜੀਓ ਰੋਇਆ ਨਾ ਕਰੋ ਨੀ ਡੁੱਬ ਜਾਣਿਓ ਤੁਹਾਨੂੰ ਪਰਮਾਤਮਾ ਨੇ ਰੱਬ ਜਿੱਡਾ ਜਿਰਾ ਦਿੱਤਾ ਤੁਹਾਨੂੰ ਪਰਮਾਤਮਾ ਨੇ ਹੌਸਲਾ ਬਥੇਰਾ ਦਿੱਤਾ ਅਥਰੂ ਚੋਇਆ ਨਾ ਕਰੋ ਨੀ ਡੁੱਬ ਜਾਣਿਓ ਕੁੜੀਓ ਰੋਇਆ ਨਾ ਕਰੋ ਨੀ ਡੁੱਬ ਜਾਣਿਓ ਕੁੜੀਓ ਰੋਇਆ ਨਾ ਕਰੋ ਨੀ ਮਰ ਜਾਣਿਓ। ਵਾਹ ਜੀ ਵਾਹ। ਔਰ ਅਸੀਂ ਵਾਕਿਆ ਚ ਇਹ ਚੀਜ਼ ਦੇਖਦੇ ਕੁੜੀਆਂ ਇਮੋਸ਼ਨਲ ਛੇਤੀ ਹੋ ਜਾਂਦੀਆਂ ਮੈਂ ਹੈ। ਕਹਿੰਦੀ ਹਮੇਸ਼ਾ ਕੁੜੀਆਂ ਨੇ, ਮੈਂ ਆਪ ਵੀ ਕੁੜੀ ਹਾਂ, ਜਦੋਂ ਮੈਂ ਆਪਣੇ ਯਾਦ ਕਰਦੀ ਹਾਂ ਆਪਣੀ ਭੈਣ ਨੂੰ ਤੇ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਮੈਂ ਆਪਣੇ ਆਪ 'ਚ ਇਹ ਮਹਿਸੂਸ ਕਰਦੀ ਕਿ ਮੈਂ ਇੱਕ ਬਹੁਤ ਸਟਰੋਂਗਲੀ ਤਰੀਕੇ ਨਾਲ ਲੜਕੀ ਹਾਂ ਜਿਹਨੇ ਖੁਦ ਨੂੰ ਆਪਣੇ ਆਪ ਨੂੰ ਮੈਂ ਸਟੈਂਡ ਕੀਤਾ। ਇਵਨ ਕਿ ਜਦ ਤੱਕ ਭੈਣ ਨਾਲ ਸੀ ਮੈਂ ਬੇਪਰਵਾਹ ਸੀ, ਜਦੋਂ ਭੈਣ ਚਲੀ ਗਈ ਫਿਰ ਮੈਨੂੰ ਪਤਾ ਲੱਗਿਆ ਮੈਂ ਲਾਈਫ 'ਚ ਕਿੰਨਾ ਸਟਰਗਲ ਕੀਤਾ ਔਰ ਕਿੰਨੀ ਮਿਹਨਤ ਨਾਲ ਸਿੱਖ ਕੇ ਬਕਾਇਦਾ ਅਸੀਂ ਪਹੁੰਚੇ। ਔਰ ਮੈਂ ਬਾਹਰ ਵੀ ਜਦੋਂ ਇਹ ਇੰਟਰਵਿਊ ਵਿੱਚ ਇਹ ਗੱਲ ਕੀਤੀ ਸੀ ਔਰ ਗਾਣਾ ਗਾਇਆ ਸੀ ਤੇ ਜਿੰਨੀਆਂ ਸਟੂਡੀਓ ਦੀ ਕੁੜੀਆਂ ਸੀ ਸਾਰੀਆਂ ਮੈਨੂੰ ਆ ਕੇ ਮਿਲੀਆਂ ਔਰ ਕਹਿੰਦੀਆਂ ਮੈਮ ਤੁਸੀਂ ਇੰਨਾ ਵਧੀਆ ਗੱਲਾਂ ਕੀਤੀਆਂ ਇਹ ਬਾਰੇ। ਮੈਂ ਕਿਹਾ ਵੀ ਦੇਖੋ ਅਗਰ ਆਰਟਿਸਟ ਆ ਸਾਨੂੰ ਲੋਕ ਫੋਲੋ ਕਰਦੇ ਆ, ਕੋਈ ਜ਼ਰੂਰੀ ਨਹੀਂ ਹਮੇਸ਼ਾ ਗਾਣੇ ਦੇ ਜ਼ਰੀਏ ਵੀ ਤੁਸੀਂ ਸਮਾਜਿਕ ਗੱਲਾਂ ਜੇ ਕਰਦੇ ਹੋ ਨਾ ਤੇ ਉਹ ਇੰਨਾ ਮਜ਼ਬੂਤ ਕਰਦੀ ਹੈ ਤੁਹਾਨੂੰ, ਕਿਤੇ ਨਾ ਕਿਤੇ 10 ਚੋਂ 2 ਬੰਦੇ ਤੇ ਜਾ ਕੇ ਗੱਲ ਲੱਗਦੀ ਹੈ। ਸੋ ਆਪਣੇ ਆਪ ਨੂੰ ਨਿਡਰ ਬਣਾਓ, ਆਪਣੇ ਆਪ ਨੂੰ ਸਟਰੋਂਗ ਬਣਾਓ ਜ਼ਿੰਦਗੀ ਦੇ ਵਿੱਚ, ਭਾਵੇਂ ਕੁੜੀ ਹੈ ਮੁੰਡਾ ਕੋਈ ਵੀ ਹੈ। ਮੈਂ ਕਹਾਂਗੀ ਕਦੀ ਹਾਰ ਨਾ ਮੰਨੋ ਕਿਉਂਕਿ ਹਰ ਇੱਕ ਪਰਮਾਤਮਾ ਨੇ ਹਰ ਇੱਕ ਦੇ ਅੰਦਰ ਇਨਸਾਨ ਦੇ ਇੱਕ ਤਾਕਤ ਪਾਈ ਹੈ। ਆਪਣੀ ਤਾਕਤ ਪਛਾਣੋ, ਆਪਣੇ ਆਪ ਨੂੰ ਮਜ਼ਬੂਤ ਕਰੋ ਤੇ ਅੱਗੇ ਵਧੋ। ਬਿਲਕੁਲ। ਔਰ ਅੱਜ ਕੱਲ ਵੈਸੇ ਵੀ ਕਹਿੰਦੇ ਕੁੜੀਆਂ ਮੁੰਡੇ ਬਰਾਬਰ ਆ। ਬਿਲਕੁਲ। ਸੋ ਚਾਹੇ ਅਸੀਂ ਕਮਾਈ ਦੇ ਮਾਮਲੇ 'ਚ ਕਹਿ ਦਈਏ, ਕੰਮ ਦੇ ਮਾਮਲੇ 'ਚ ਕਹਿ ਦਈਏ, ਹਰ ਇੱਕ ਜਗ੍ਹਾ ਕੁੜੀਆਂ ਬਰਾਬਰ ਆ। ਸੋ ਬਿਲਕੁਲ। ਤੇ ਜੇ ਅਪਕਮਿੰਗ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਕੀ ਕੁਝ ਨਵਾਂ ਲੈ ਕੇ ਆ ਰਹੇ ਹੋ? ਹਾਂਜੀ, ਇੱਕ ਜਿੱਦਾਂ ਫਿਲਮਾਂ ਤੇ ਆ ਹੀ ਰਹੀਆਂ ਨੇ ਔਰ ਇੱਕ ਗੀਤ ਬੜੀ ਜਲਦੀ ਤੁਹਾਡੇ ਰੂਬਰੂ ਹੋਏਗਾ। ਬਿਲਕੁਲ ਡੀਜੇ ਤੇ ਚੱਲਣ ਵਾਲਾ ਗੀਤ ਹੈ ਔਰ ਜ਼ਰੂਰੀ ਨਹੀਂ ਡੀਜੇ ਤੇ ਠਾ ਬੰਦੂਕਾਂ ਨਹੀਂ ਚੱਲਦੇ ਆ, ਸਾਡੇ ਡੀਜੇ ਤੇ ਸ਼ਰਾਰੇ ਵਾਲਾ ਗੀਤ ਚੱਲੇਗਾ, ਗਰਾਰਾ ਪੱਟੀ ਪੜੀ ਹੁਣਾ ਵਾਲਾ ਦਾ ਲਿਖਿਆ ਹੋਇਆ ਗੀਤ ਹੈ ਔਰ ਜਲਦੀ ਹੀ ਵੀਡੀਓ ਉਹਦੀ ਅਸੀਂ ਕਰ ਰਹੇ ਹਾਂ। ਸੋ ਬਹੁਤ ਵਧੀਆ ਗੀਤ ਹੈ, ਨਨਾਣ ਭਰਜਾਈ ਦਾ ਗੀਤ ਹੈ, ਨੱਚਣ ਟੱਪਣ ਵਾਲਾ। ਔਰ ਉਮੀਦ ਕਰਦੀ ਹਾਂ ਸਾਰੇ ਪਸੰਦ ਕਰਨਗੇ ਕਿਉਂਕਿ ਜਿੱਦਾਂ ਪਹਿਲਾਂ ਗੀਤ ਸੁਣੇ ਨੇ ਔਰ ਆਪਣੇ ਵੱਲੋਂ ਵਧੀਆ ਹੀ ਕਰ ਰਹੇ ਹਾਂ। ਉਸ ਤੋਂ ਬਾਅਦ ਇੱਕ ਕਲੀ ਹੈਗੀ ਆ ਬਹੁਤ ਵਧੀਆ ਔਰ ਉਹ ਵੀ ਸਾਡਾ ਪ੍ਰੋਜੈਕਟ ਬੜਾ ਜਲਦੀ ਹੀ ਰਿਲੀਜ਼ ਹੋਏਗਾ। ਸੋ ਨਵੇਂ ਸਾਲ ਤੇ 2 ਪ੍ਰੋਜੈਕਟ ਹੋਰ ਨੇ। ਸੋ ਬਸ ਨਵੇਂ ਸਾਲ ਤੇ ਹੋਰ ਕੁਝ ਧਮਾਕੇ ਕਰਾਂਗੇ। ਫਿਰ ਅਸੀਂ ਚਾਹਾਂਗੇ ਕਿ ਗਰਾਰੇ ਵਾਲੇ ਦੀਆਂ 2 ਲਾਈਨਾਂ ਵੀ ਸੁਣਾ ਦਿਓ। ਉਹ ਸੁਣਾ ਨਹੀਂ ਸਕਦੇ ਹਲੇ, ਉਹ ਕਿਉਂਕਿ ਹਲੇ ਗਾਣਾ ਰਿਲੀਜ਼ ਨਹੀਂ ਹੋਇਆ, ਉਹਦੀ ਇਜਾਜ਼ਤ ਨਹੀਂ ਹੈ। ਤੁਸੀਂ ਕਿਹਾ ਕਿ ਮੈਂ ਸੁਰਿੰਦਰ ਕੌਰ ਹੋਰਾਂ ਜੀ ਨੂੰ ਬਹੁਤ ਸੁਣੀ ਹੈ ਹਨਾ, ਤੁਹਾਨੂੰ ਬਹੁਤ ਪਸੰਦ, ਤੇ ਫਿਰ ਸੁਰਿੰਦਰ ਕੌਰ ਜੀ ਦਾ ਅਸੀਂ ਕੋਈ ਗੀਤ ਨਾ ਸੁਣੀਏ ਏਦਾਂ ਵੀ ਨਹੀਂ ਹੋ ਸਕਦਾ। ਜੀ ਬਿਲਕੁਲ, ਉਹ ਤਾਂ ਸਾਡੇ ਕੀ ਕਹਿੰਦੇ ਆ ਕਿ ਸਾਰੇ ਇੰਡਸਟਰੀ ਦੇ ਗॉड ਮਦਰ ਨੇ ਔਰ ਉਹਨਾਂ ਦਾ ਗੀਤ ਲੰਘ ਆ ਜਾ ਪਤਨ ਚਨਾ ਦਾ ਯਾਰ, ਲੰਘ ਆ ਜਾ ਪਤਨ ਚਨਾ ਦਾ, ਲੰਘ ਆ ਜਾ ਪਤਨ ਚਨਾ ਦਾ ਯਾਰ, ਲੰਘ ਆ ਜਾ ਪਤਨ ਚਨਾ ਦਾ, ਮੇਰੇ ਕਾਗ ਬਨੇਰੇ ਉੱਤੇ ਬੋਲਿਆ, ਮੇਰਾ ਤਤੜੀ ਦਾ ਜਿਉਣਾ ਡੋਲਿਆ ਯਾਰ, ਅਸੀਂ ਮੰਦੜਾ ਬੋਲੇ ਨਾ ਬੋਲਿਆ, ਅਸੀਂ ਮੰਦੜਾ ਬੋਲੇ ਨਾ ਬੋਲਿਆ ਯਾਰ, ਲੰਘ ਆ ਜਾ ਪਤਨ ਚਨਾ ਦਾ, ਲੰਘ ਆ ਜਾ ਪਤਨ ਚਨਾ ਦਾ ਯਾਰ, ਲੰਘ ਆ ਜਾ ਪਤਨ ਚਨਾ ਦਾ। ਵਾਹ ਜੀ ਵਾਹ। ਔਰ ਵਾਕਈ ਕਿਤੇ ਨਾ ਤੁਹਾਡੀ ਆਵਾਜ਼ ਦੇ ਵਿੱਚ ਉਹ ਟੱਚ ਵੀ ਪੂਰਾ ਹੈ ਨਾ, ਕਿਉਂਕਿ ਉਹਨਾਂ ਦੇ ਗੀਤ ਸੁਣ ਲਈਏ, ਤੁਹਾਡੇ ਗੀਤ ਸੁਣ ਲਈਏ, ਲੱਗਦਾ ਹੈ ਕਿ ਵਾਕਈ ਹੈ ਨਾ ਅੱਜ ਵੀ ਪੰਜਾਬ ਦੇ ਵਿੱਚ ਫੋਕ ਗੀਤ ਆ ਜਿਹੜੇ, ਇਸੇ ਲਈ ਪੰਜਾਬ ਦੀ ਕੋਇਲ ਕਿਹਾ ਜਾਂਦਾ ਕਿਉਂਕਿ ਉਹ ਆਵਾਜ਼ ਮੁੜ ਕੇ ਕਿੱਥੇ ਸੁਣਨ ਨੂੰ ਮਿਲਦੀ ਹੈ। ਸੋ ਉਹਨਾਂ ਦੇ ਨੇੜੇ ਤੇੜੇ ਮਾੜਾ ਮੋਟਾ 1% ਵੀ ਕਿਤੇ ਚਲੇ ਜਾਈਏ ਔਰ ਮੈਨੂੰ ਉਹਨਾਂ ਦੇ ਨਾਲ ਵੀ ਸ਼ੋਅ ਕਰਨ ਦਾ ਮੌਕਾ ਮਿਲਿਆ, ਇਹ ਮੇਰੀ ਪ੍ਰਾਪਤੀ ਹੈ। ਕਿਉਂਕਿ ਜਮਾਲਪੁਰ ਹਰਚਰਨ ਗਰੇਵਾਲ ਦੀ ਯਾਦ 'ਚ ਮੇਲਾ ਕਰਾਇਆ ਜਾਂਦਾ ਸੀ,
ਸੋ ਉਹਨਾਂ ਨੂੰ 2 ਵਾਰੀ ਉਹ ਜਮਾਲਪੁਰ ਉੱਥੇ ਆਏ, ਉਹਨਾਂ ਦੇ ਨਾਲ ਸਟੇਜ ਤੇ ਖਲੋਣ ਦਾ ਗਾਉਣ ਦਾ ਮੌਕਾ ਮਿਲਿਆ। ਔਰ ਇੱਕ ਵਾਰੀ 2003 ਦੇ ਵਿੱਚ ਕੈਨੇਡਾ ਦੇ ਵਿੱਚ ਸ਼ੋਅ ਸੀਗੇ ਸਾਡੇ, ਉੱਥੇ ਵੀ ਸੁਰਿੰਦਰ ਕੌਰ ਜੀ ਔਰ ਡੋਲੀ ਜੀ ਔਰ ਉਹਨਾਂ ਦੀ ਬੇਟੀ ਸੁਨੈਣੀ, ਉਹਨਾਂ ਤਿੰਨਾਂ ਨੇ ਗਾਇਆ ਸੀ। ਉੱਥੇ ਵੀ ਸਾਨੂੰ ਉਹਨਾਂ ਦੇ ਨਾਲ ਪੋਸਟਰ 'ਚ ਫੋਟੋਆਂ ਸਾਡੀਆਂ ਸਾਂਝੀਆਂ ਹੋਈਆਂ। ਇਹ ਬਹੁਤ ਵੱਡੀ ਪ੍ਰਾਪਤੀ ਸੀ। ਮੇਲਾ ਮਾਵਾਂ ਧੀਆਂ ਦਾ ਸੀ, ਇਕੱਠਿਆਂ ਨੇ ਕੀਤਾ ਸੀ। ਤੇ ਉਹਨਾਂ ਨੂੰ ਦੇਖ ਦੇਖ ਕੇ ਜੋ ਸੁਣਿਆ, ਜਗਮੋਹਨ ਕੌਰ ਜੀ, ਸੁਰਿੰਦਰ ਜੀ, ਔਰ ਵਧੀਆ ਬਸ ਇਦਾਂ ਚੱਲਦਾ ਰਵੇ ਥੋੜਾ ਬਹੁਤਾ। ਬਿਲਕੁਲ। ਸੋ ਬਹੁਤ ਵਧੀਆ ਲੱਗਿਆ ਰਾਖੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦਰਸ਼ਕ ਆਪ ਸਿਆਣੇ ਨੇ ਅੱਜ ਕੱਲ, ਵੈਸੇ ਤਾਂ ਅੱਜ ਕੱਲ ਜਿਹੜਾ ਕੋਈ ਚੰਗੀ ਸਲਾਹ ਦਿੰਦਾ ਉਹਨੂੰ ਬਹੁਤ ਕੁਝ ਸੁਣਨਾ ਪੈਂਦਾ, ਪਰ ਫਿਰ ਵੀ ਮੈਂ ਤਾਂ ਇਹ ਗੱਲ ਕਹੂੰਗੀ, ਹਮੇਸ਼ਾ ਜੋ ਕਹਿੰਦੇ ਰਹੇ ਆ, ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ, ਜਸਮੀਤ ਜੀ ਔਰ ਟੀਮ ਦਾ, ਜਸ ਪੰਜਾਬੀ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਤੁਸੀਂ ਬੁਲਾਇਆ ਇੱਥੇ ਔਰ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਦਿੱਤਾ ਦੁਬਾਰਾ, ਔਰ ਹੱਸਦੇ ਵਸਦੇ ਰਹੋ। ਤੇ ਸਾਰੇ ਬਸ ਗੀਤ ਜਿੱਦਾਂ ਦੇ ਪਹਿਲਾਂ ਕਰ ਰਹੇ ਆ, ਫੋਕ ਗਾ ਰਹੇ ਆ ਅਸੀਂ, ਔਰ ਆਪਣੇ ਆਪ ਨੂੰ ਤੁਸੀਂ ਵੀ ਥੋੜਾ ਜਿਹਾ, ਮੈਂ ਕਹਾਂਗੀ ਕਿ ਪਛਾਣੋ ਥੋੜਾ ਜਿਹਾ ਆਪਣੇ ਆਪ ਨੂੰ। ਉਸ ਮੁਕਾਮ ਤੱਕ ਆਰਟਿਸਟ ਜਦੋਂ ਪਹੁੰਚਦਾ ਹੈ ਇੱਕ ਵੱਡੇ ਲੈਵਲ ਤੱਕ, ਉਸ ਨੂੰ ਆਪਣਾ ਮੁਕਾਮ ਬਣਾ ਕੇ ਰੱਖਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਸ਼ੁਰੂ ਤੋਂ ਲੈ ਕੇ ਜਿਹੜੇ ਰਿਐਲਿਟੀ ਚ ਆਰਟਿਸਟ ਨੇ, ਸਿੱਖ ਕੇ ਆਏ ਨੇ, ਵਧੀਆ ਗਾਉਂਦੇ ਨੇ, ਉਹਨਾਂ ਨੂੰ ਪ੍ਰਮੋਟ ਕਰੋ, ਉਹਨਾਂ ਨੂੰ ਬੁਲਾਓ, ਉਹਨਾਂ ਨੂੰ ਪ੍ਰਮੋਟ ਕਰੋ। ਭਾਵੇਂ ਕੋਈ ਵੀ ਨਵਾਂ ਹੈ, ਕੋਈ ਪਹਿਲਾਂ ਦਾ ਪੁਰਾਣਾ ਹੈ, ਪਰ ਜਿਹੜੀਆਂ ਚੀਜ਼ਾਂ ਸਾਡੇ ਸਮਾਜ ਨੂੰ ਚੰਗੀ ਸੇਧ ਨਹੀਂ ਦਿੰਦੀਆਂ ਜਾਂ ਸਾਡੇ ਪਰਿਵਾਰ 'ਚ ਬੈਠ ਕੇ ਸੁਣਨ ਵਾਲੀਆਂ ਨਹੀਂ ਆ, ਅੱਜ ਜੇ ਛੋਟੇ ਬੱਚੇ ਨੇ ਉਸਨੇ ਬੰਦੂਕ ਚੱਕੀ ਹੈ ਨਾ, ਤੇ ਉਹ ਅਸੀਂ ਹੀ ਕਿਤੇ ਉਹਨੂੰ ਸੁਣਨ ਲਈ ਦਿੱਤੇ ਹੋਣਗੇ ਗਾਣੇ, ਉਹਨੂੰ ਸੁਣਾਏ ਹੋਣਗੇ, ਸਾਡੇ ਟੀਵੀ ਤੇ ਸਾਡੇ ਘਰ 'ਚ ਵੱਜੇ ਹੋਣਗੇ, ਤਾਂ ਉਸ ਬੱਚੇ ਨੇ ਸੁਣ ਕੇ ਤੇ ਉਹ ਨਕਲ ਕੀਤੀ ਹੈ। ਗਲਤੀ ਨਕਲ ਵਾਲਿਆਂ ਦੀ ਨਹੀਂ ਹੈ, ਗਲਤੀ ਅਸਲ ਵਾਲਿਆਂ ਦੀ ਹੈ। ਸੋ ਸਾਰੇ ਇਸ ਚੀਜ਼ ਨੂੰ ਪਛਾਣੋ, ਔਰ ਮੇਰੀ ਇਹੀ ਦੁਆ ਹੈ ਔਰ ਉਦਾਸ ਵੀ ਹੈ ਕਿ ਹੱਸਦੇ ਵਸਦੇ ਰਹੋ, ਮਜ਼ਬੂਤ ਬਣਾਓ ਆਪਣੇ ਆਪ ਨੂੰ, ਡਰੋ ਨਾ, ਘਬਰਾਓ ਨਾ। ਆਪਣੇ ਪੰਜਾਬ ਤੇ ਇਹ ਜਿਹੜਾ ਵਕਤ ਚੱਲ ਰਿਹਾ, ਬਹੁਤ ਮਾੜਾ ਵਕਤ ਚੱਲ ਰਿਹਾ, ਇਸ ਵਕਤ ਦੇ ਵਿੱਚ ਸਾਰਿਆਂ ਨੂੰ ਇਕਜੁੱਟ ਰਹਿਣ ਦੀ ਲੋੜ ਆ। ਧਰਮਾਂ ਦੇ ਵਿੱਚ ਨਾ ਪੈ ਕੇ ਆਪਸੀ ਭਾਈਚਾਰੇ 'ਚ ਸਾਨੂੰ ਰਹਿਣਾ ਚਾਹੀਦਾ। ਜਿੱਦਾਂ ਅਸੀਂ ਸਾਰੇ ਕਿਸਾਨੀ ਅੰਦੋਲਨ ਵੇਲੇ ਇਕੱਠੇ ਹੋਏ ਸੀ ਨਾ, ਇੱਕ ਹੋ ਗਏ ਸੀ, ਉਦਾਂ ਹੀ ਹੋ ਜਾਓ। ਬਿਲਕੁਲ ਸਹੀ। ਹਾਂਜੀ। ਸੋ ਬਹੁਤ ਵਧੀਆ ਲੱਗਿਆ ਰਾਖੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਇਹ ਗੱਲਬਾਤ ਪਸੰਦ ਆਈ ਹੋਏਗੀ। ਅਗਲੇ ਹਫ਼ਤੇ ਫਿਰ ਮਿਲਾਂਗੇ ਇੱਕ ਹੋਰ ਕਲਾਕਾਰ ਦੇ ਨਾਲ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।